ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਇੱਕ ਖਾਸ ਮਸਲੇ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਔਰ ਮੇਰੇ ਨਾਲ ਇੱਥੇ ਇੱਕ ਬਹੁਤ ਵਧੀਆ ਬੜਾ ਹੀ ਸੁਲਝਿਆ ਹੋਇਆ ਪੈਨਲ ਵੀ ਮੌਜੂਦ ਹੈ। ਇਹ ਮਸਲਾ ਕੋਈ ਪੋਲੀਟੀਕਲ ਮਸਲਾ ਨਹੀਂ, ਇਹ ਮਸਲਾ ਬਿਯੋਂਡ ਪੋਲਿਟਿਕਸ ਹੈ। ਇਹ ਮਸਲਾ ਸਾਡੇ ਇਸ਼ਟ ਦਾ। ਇੱਥੇ ਗੱਲ ਹੈ ਸਾਡੀ ਕੌਮ ਦੀ ਇੱਜ਼ਤ ਦੀ, ਸਾਡੀ ਕੌਮ ਦੀ ਆਬਰੂ ਦੀ, ਸਾਡੇ ਸਭ ਤੋਂ ਉੱਚੇ ਇਸ਼ਟ ਜਿਨ੍ਹਾਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹਾਂ, ਜਾਗਦੀ ਜਿੰਦੀ ਜੋਤ ਕਹਿੰਦੇ ਹਾਂ, 10 ਗੁਰੂਆਂ ਦੀ ਜੋਤ ਕਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਦਬੀਆਂ ਤੇ ਆਏ ਦਿਨ ਜਿਹੜੇ ਨੇ ਕੇਸ ਵੀ ਵੱਧ ਰਹੇ ਨੇ ਔਰ ਨਾਲ ਹੀ ਨਾਲ ਸੁਣਨ ਵਿੱਚ ਜੋ ਦੇਖਣ ਵਿੱਚ ਆ ਰਿਹਾ ਹੈ ਕਿ ਇਸ ਤੇ ਜੰਮ ਕੇ ਸਿਆਸਤ ਵੀ ਕੀਤੀ ਜਾ ਰਹੀ ਹੈ। ਔਰ ਸਿਆਸਤ ਕਰ ਕੌਣ ਰਹੇ ਨੇ? ਜੋ ਕਿ ਖੁਦ हैंड इन ग्लव ने इन्हां बेदबियां दे विच सिद्धे जां असिद्धे तौर ते। बिल्कुल अज असी गल उसे बारे करनी है जिथों गल शुरू हुई सी 2015 दे विच होई बरगाड़ी दे विच गुरु साहब दे सरूप दी ओह बेदबी, जदों पोस्टर ला के सानू चैलेंज किया गया सी जे हिम्मत है तां अपना गुरु लै जाओ, जिस दे विरोध विचों सरबत खालसा निकलिया, जिस दे विरोध विचों जथेदार भी थापे गए और उस तो बाद बहुत कुछ होया। ਤੁਸੀਂ ਆਪ ਜਾਣੀ ਜਾਣੋ। ਸਾਡੇ ਕੋਲ ਅੱਜ 1 ਘੰਟੇ ਦਾ ਸਮਾਂ ਹੈ, ਪਰ ਅੱਜ ਅਸੀਂ ਕੋਖਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੀ ਸਿਆਸਤ ਗੁਰੂ ਸਾਹਿਬ ਦੀਆਂ ਬੇਦਬੀਆਂ ਨੂੰ ਲੈ ਕੇ ਹੋ ਰਹੀ ਹੈ ਔਰ ਸਿੱਖ ਇਸ ਸਮੇਂ ਕੀ ਕਰਨ, ਸਾਡੀ ਜ਼ਿੰਮੇਵਾਰੀ ਕੀ ਹੈ, ਸਾਡੀ ਜਿਹੜੀ ਹੈ ਸਾਡੀ ਰੂਹ ਕੀ ਕਹਿੰਦੀ ਹੈ, ਸਾਡਾ ਜ਼ਮੀਰ ਕੀ ਕਹਿੰਦਾ। ਸੋ ਬਹੁਤਾ ਸਮਾਂ ਨਾ ਲੈਂਦੇ ਆ, ਮੈਂ ਅੱਜ ਦੇ ਪੈਨਲ ਨੂੰ ਇੰਟਰੋਡਿਊਸ ਕਰਦਾ। ਜੇ ਆਪਣੇ ਖੱਬੇ ਹੱਥ ਤੋਂ ਮੈਂ ਸ਼ੁਰੂ ਕਰਦਾ, ਸਭ ਤੋਂ ਪਹਿਲੇ ਭਾਈ ਜੋਗਾ ਸਿੰਘ ਜੀ। ਅਸੀਂ ਜਾਣਦੇ ਹਾਂ FSO ਵਿੱਚ ਵੱਖ-ਵੱਖ ਕਾਉਂਸਲਾਂ ਦੇ ਵਿੱਚ ਔਰ ਲੰਮੇ ਸਮੇਂ ਤੋਂ ਵੱਖ-ਵੱਖ ਜਥੇਬੰਦੀਆਂ 'ਚ ਪੰਥ ਦੀ ਸੇਵਾ ਨਿਭਾ ਰਹੇ ਨੇ। ਉਹਨਾਂ ਦੇ ਨਾਲ ਸਾਡੇ ਬਹੁਤ ਸੀਨੀਅਰ ਗੁਰਦੇਵ ਸਿੰਘ ਜੀ ਚੌਹਾਨ ਲੰਮੇ ਸਮੇਂ ਤੋਂ ਅਕਾਲੀ ਦਲ ਜਿਹੜਾ ਇੱਥੇ ਦਾ ਅਕਾਲੀ ਦਲ ਸੀ ਉਹਦੇ ਵਿੱਚ ਪ੍ਰਧਾਨ ਦੇ ਤੌਰ ਤੇ, ਮੁੱਖ ਸੇਵਾਦਾਰ ਦੇ ਤੌਰ ਤੇ ਕਹੋ, ਸੇਵਾ ਨਿਭਾਈ ਔਰ ਸਦਾ ਹੀ ਪੰਥਕ ਮਸਲਿਆਂ ਤੇ ਇਹਨਾਂ ਨੇ ਆਪਣਾ ਪੁਆਇੰਟ ਆਫ ਵਿਊ ਰੱਖਿਆ ਹੈ। ਦੂਸਰੇ ਪਾਸੇ ਮੇਰੇ ਕੋਲ ਜੇ ਮੈਂ ਦੇਖਾਂ ਤੇ ਸਭ ਤੋਂ ਪਹਿਲਾਂ ਸੰਘੇੜਾ ਸਾਹਿਬ, ਅਵਤਾਰ ਸਿੰਘ ਜੀ ਸੰਘੇੜਾ, ਲੰਮੇ ਸਮੇਂ ਤੋਂ ਅਸੀਂ ਜਾਣਦੇ ਹਾਂ ਕੋਵੈਂਟਰੀ ਦੀ ਸੰਗਤਾਂ ਦੇ ਵਿੱਚ, ਪਾਕਿਸਤਾਨ ਦੇ ਵਿੱਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਬਹੁਤ ਵੱਡਾ ਜਿਹੜਾ ਇਹਨਾਂ ਨੇ ਰੋਲ ਨਿਭਾਇਆ, ਜਿਹੜੀ ਉੱਥੇ ਵਿਰਾਸਤ ਸਾਂਭੀ ਹੈ। ਤੇ ਸਾਡੇ ਨਨ ਅਦਰ ਗੁਰਦਿਆਲ ਸਿੰਘ ਜੀ ਅਟਵਾਲ ਜੀ, ਅਸੀਂ ਜਾਣਦੇ ਹਾਂ ਕੌਂਸਲਾਂ ਦੇ ਵਿੱਚ ਵੱਖ-ਵੱਖ ਪੰਥਕ ਜਥੇਬੰਦੀਆਂ 'ਚ ਮੋਹਰੇ ਹੋ ਕੇ ਸੇਵਾ ਨਿਭਾਉਂਦੇ ਨੇ ਔਰ ਬੜੀ ਬੇਬਾਕੀ ਦੇ ਨਾਲ ਜਿਹੜੀ ਸਿੱਖ ਅਸੂਲਾਂ ਦੀ ਗੱਲ ਹੈ ਉਹ ਸੰਗਤਾਂ ਦੇ ਮੋਹਰੇ ਰੱਖਦੇ ਨੇ। ਅਸੀਂ ਗੱਜ ਵੱਜ ਕੇ ਸਾਰੇ ਰਲ ਮਿਲ ਕੇ ਫਤਿਹ ਬੁਲਾਈਏ ਜੀ, ਕਾਫਲੇ ਨੂੰ ਅੱਗੇ ਵਧਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜੋਗਾ ਸਿੰਘ ਜੀ, ਮੈਂ ਆਪ ਜੀ ਤੋਂ ਸ਼ੁਰੂ ਕਰਦਾ। ਬੇਦਬੀਆਂ ਹੋਈਆਂ 2015 ਦੇ ਵਿੱਚ ਇੱਕ ਅਜਿਹਾ ਪੁਆਇੰਟ ਆ ਗਿਆ ਜਦੋਂ ਸਿੱਖਾਂ ਦਾ ਵਿਸ਼ਵਾਸ ਜਿਹੜਾ ਕਰੰਟ ਸਿਸਟਮ ਸੀ, SGPC ਜਿਹੜਾ ਕਰੰਟ ਸਿਸਟਮ ਸੀ ਜਿਹਦੇ ਤੋਂ ਜਥੇਦਾਰ ਚੁਣੇ ਜਾਂਦੇ ਸਨ, ਕਿਉਂਕਿ ਬੇਦਬੀਆਂ ਹੋਈਆਂ, ਜਿਸ ਡੇਰੇ ਦਾ ਐਲੀਜਿਡਲੀ ਨਾਮ ਆਂਦਾ ਸੀ ਬੇਦਬੀ ਦੇ ਵਿੱਚ, ਉਸ ਨੂੰ ਬਿਨਾਂ ਮੰਗੇ ਮਾਫੀ ਦਿੱਤੀ ਗਈ ਔਰ ਉਹਦੇ ਵਿੱਚੋਂ ਇੱਕ ਵੱਡਾ ਵਿਦਰੋਹ ਨਿਕਲਿਆ, ਲੱਖਾਂ ਦਾ ਇਕੱਠ ਹੋਇਆ, ਸਰਬੱਤ ਖਾਲਸਾ ਹੋਇਆ। ਅਸੀਂ ਸਭ ਜਾਣਦੇ ਹਾਂ, ਹਿਸਟਰੀ ਦੁਹਰਾਉਣ ਦੀ ਲੋੜ ਨਹੀਂ। ਅੱਜ ਅਸੀਂ 2021 ਦੇ ਵਿੱਚ ਹਾਂ ਤੇ ਅੱਜ ਦੇਖਣ ਵਿੱਚ ਆ ਰਿਹਾ ਕਿ ਜੋ ਪਿਛਲੇ ਦਿਨੀ ਪੰਜਾਬ ਦੀ ਧਰਤੀ ਤੇ ਜਿਹੜੇ SGPC ਦੁਆਰਾ ਚੁਣੇ ਹੋਏ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦਾ ਇੱਕ ਕਹਿ ਲਓ ਕਿ ਇੱਕ ਸਾਂਝੀ ਸਟੇਜ ਤੋਂ ਇੱਕ ਪ੍ਰੋਗਰਾਮ ਹੁੰਦਾ ਹੈ, ਜਿਸ ਵਿੱਚ ਕਿ ਬੜੀ ਹੈਰਤ ਅੰਗੇਜ਼ ਗੱਲ ਹੈ ਕਿ ਕੁਝ ਅਜਿਹੇ ਸੰਗਿਗਧ ਲੋਕ ਜਿਹੜੇ ਨੇ ਉਹ ਉੱਥੇ ਪਾਰਟਿਸਿਪੇਟ ਕਰਦੇ ਨੇ ਜਿਹੜੇ ਕਿ ਬੇਦਬੀਆਂ ਦੇ ਵਿੱਚ ਸਿੱਧੇ ਤੌਰ ਤੇ ਖੁਦ ਜਿਹੜਾ ਉਹ ਜ਼ਿੰਮੇਵਾਰ ਸਨ। ਸੋ ਮੈਂ ਆਪ ਜੀ ਨੂੰ ਜਾਣਨਾ ਚਾਹੁੰਦਾ, ਉਸ ਮੀਟਿੰਗ ਨੂੰ ਤੁਸੀਂ ਕਿਸ ਪਰਪੇਖ ਵਿੱਚ ਵੇਖਦੇ ਹੋ? ਪੰਜਾਬ ਵਿੱਚ ਇਲੈਕਸ਼ਨਾਂ ਦਾ ਮਾਹੌਲ ਆ, ਹਰ ਇੱਕ ਪਾਰਟੀ ਆਪਣੀ ਇਲੈਕਸ਼ਨ ਦੀ ਤਿਆਰੀ ਕਰ ਰਹੀ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦੇ ਇਲੈਕਸ਼ਨ ਦੀ ਉਹਦੀ ਮਦਦ ਲਈ ਉਹਨਾਂ ਨੂੰ ਮੁੜ ਕੇ ਉਹਨਾਂ ਦੀ ਇੱਜ਼ਤ ਲੋਕਾਂ ਵਿੱਚ ਬਹਾਲ ਕਰਨ ਲਈ ਸੱਦੀ ਗਈ ਸੀ ਤੇ ਜਿਹਦੇ ਵਿੱਚ ਐਕਟਿੰਗ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਬੀਬੀ ਜਗੀਰ ਕੌਰ, ਇਹਨਾਂ ਦਾ ਮੋਢਾ ਵਰਤਿਆ ਗਿਆ। ਔਰ ਮੈਨੂੰ ਇਸ ਗੱਲ ਦੀ ਹੈਰਾਨਗੀ ਆ ਵੀ ਜਿਸ ਵਿਅਕਤੀ ਤੇ ਹਜ਼ਾਰਾਂ ਨੌਜਵਾਨਾਂ ਕਤਲੇਆਮ ਦਾ ਇਲਜ਼ਾਮ ਹੋਵੇ, ਉਸ ਵਿਅਕਤੀ ਨੂੰ ਅਕਾਲ ਤਖਤ ਦੀ ਮੀਟਿੰਗ ਦੇ ਵਿੱਚ ਬੋਲਣ ਦਾ ਸਮਾਂ ਦਿੱਤਾ ਗਿਆ। ਉਹਨੇ ਜਿਹੜਾ ਸਾਰਾ ਦੋਸ਼ ਆ
ਉਹ ਨੌਜਵਾਨ ਸਿੱਖਾਂ ਦੇ ਸਿਰ ਲਾਤਾ ਜਿਹੜੇ ਬੇਅਦਬੀ ਦੇ ਖਿਲਾਫ ਮੁਜ਼ਾਹਰੇ ਕਰ ਰਹੇ ਸੀ ਜੀ ਜੀ। ਤੇ ਬੀਬੀ ਨੇ ਵੀ ਉਹਨਾਂ ਸਿਰ ਲਾਤਾ। ਉਹ ਕਹਿੰਦੀ ਆ ਜਿਹੜੇ ਉੱਥੇ ਪ੍ਰਚਾਰਕ ਬੈਠੇ ਸੀ ਇਹਨਾਂ ਨੇ ਬੇਅਦਬੀ ਕਰਾਈ ਆ। ਤੁਸੀਂ ਦੇਖੋ ਜਿਹੜੇ ਬੇਅਦਬੀ ਕਰਨੇ ਵਾਲੇ ਉਹਨਾਂ ਦਾ ਨਾਂ ਨਹੀਂ ਲਿਆ। ਜਦੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਜਦੋਂ ਜਥੇਦਾਰਾਂ ਨੇ ਮਾਫ ਕੀਤਾ ਜੀ, ਜਥੇਦਾਰਾਂ ਨੂੰ ਉਸ ਮੌਕੇ ਦੀ ਸਰਕਾਰ ਦੇ ਜਿਹੜੇ ਕਰਜ਼ੇ ਧਰਤੇ ਸੀ ਜਾਂ ਸੁਖਬੀਰ ਸਿੰਘ ਬਾਦਲ ਜਾਂ ਸੀਨੀਅਰ ਬਾਦਲ ਹੋਣਗੇ ਜੀ, ਉਹਨਾਂ ਨੇ ਆਪਣੀ 22 ਸਤੰਬਰ 2015 ਨੂੰ ਕੋਠੀ ਦੇ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਮਲ ਸਿੰਘ ਜੋ ਕਾਲ ਚਲਾਣਾ ਕਰਕੇ ਗਿਆਨੀ ਗੁਰਮੁਖ ਸਿੰਘ, ਗਿਆਨੀ ਇਕਬਾਲ ਸਿੰਘ ਨੂੰ ਸੱਦ ਕੇ ਹਦਾਇਤ ਕੀਤੀ ਉਹਨੂੰ ਮਾਫ ਕਰਨਾ ਨਹੀਂ ਕਰ ਦਿੱਤਾ। ਸੋ ਇਹ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਜੇ ਮੈਂ ਗਲਤ ਨਹੀਂ ਆ ਤੇ ਗੁਰਮੁਖ ਸਿੰਘ ਨੇ ਜੋਰਾ ਸਿੰਘ ਕਮਿਸ਼ਨ ਦੇ ਕੋਲ ਮੰਨੀ ਜੀ ਜੀ, ਔਰ ਇਹ ਸਾਰੀ ਗੱਲ ਜਿਹੜੀ ਆਈ ਵੀ ਪਹਿਲਾਂ ਅਕਸ਼ੇ ਕੁਮਾਰ ਦੇ ਘਰ ਮੀਟਿੰਗ ਹੁੰਦੀ ਹੈ, ਫਿਰ ਇਹ ਮੀਟਿੰਗ ਹੁੰਦੀ ਹੈ, ਉਹਦੇ ਚੋਂ ਬਿਨਾਂ ਮੰਗੇ ਮਾਫੀਨਾਮਾ ਨਿਕਲਦਾ। ਜਿਹੜੀ ਜੋਰਾ ਸਿੰਘ ਦੀ ਰਿਪੋਰਟ ਹੈ ਬਾਦਲ ਦੇ ਅਕਾਲੀ ਸਰਕਾਰ ਸਮੇਂ ਦੀ ਆ, ਉਹ ਰਿਪੋਰਟ ਦਬ ਲਈ ਗਈ ਜੀ ਜੀ, ਕੜੀ ਨਹੀਂ ਗਈ ਜੀ। ਉਦੋਂ ਬਾਅਦ ਰਿਪੋਰਟ ਇੱਕ ਜਸਟਿਸ ਰਣਜੀਤ ਸਿੰਘ ਦੀ, ਉਹਦਾ ਵੀ ਕੁਝ ਨਹੀਂ ਬਣਿਆ ਬਿਲਕੁਲ। ਹੁਣ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਉਹ ਹਾਈ ਕੋਰਟ ਨੇ ਛੱਡ ਦਿੱਤੀ, ਸੁਪਰੀਮ ਕੋਰਟ ਚ ਕਹਿੰਦੇ ਚੱਕੇ ਮਾਰੀ ਬਾਹਰ ਜੀ। ਜਾਣੀ ਸਿੱਟ ਦੀ ਰਿਪੋਰਟ ਉਹ ਮੰਨੀ ਜਾਣੀ ਆ ਜੀ ਜਿਹੜੀ ਸੌਦਾ ਸਾਧ ਨੂੰ ਫੇਵਰ ਕਰਦੀ ਹੋਵੇ। ਇੱਕ ਮਿੰਟ ਮੈਨੂੰ ਕਰਕੇ ਮੈਂ ਇਸ ਗੱਲ ਤੋਂ ਬੜਾ ਦੁਖੀ ਆ। ਇਹ ਸਾਡੀਆਂ ਅੱਖਾਂ ਘੱਟਾ ਪਾਇਆ ਜਾ ਰਿਹਾ ਜੀ। ਉੱਥੇ ਉਸ ਵਿਅਕਤੀਆਂ ਨੂੰ ਉਸ ਸੰਸਥਾ ਨੂੰ ਸੱਦਿਆ ਗਿਆ ਜਿਹੜੀ ਸੰਸਥਾ ਕਹਿੰਦੀ ਆ ਬੇਅੰਤ ਸਿੰਘ ਜਿਹੜਾ ਚੀਫ ਮਿਨਿਸਟਰ ਉਹ ਸ਼ਹੀਦ ਆ। ਜੋ ਸ਼ਹੀਦ ਆ ਫਿਰ ਦਿਲਾਵਰ ਸਿੰਘ ਕੀ ਆ ਜਿਹੜੇ 25 27 ਸਾਲ ਦੇ ਹੁਣ ਜੇਲ੍ਹਾਂ 'ਚ ਬੈਠੇ ਆ ਜੀ, ਉਹ ਗਦਾਰ ਆ। ਜਾਣੀ ਮੈਨੂੰ ਇਹ ਨਹੀਂ ਪਤਾ ਵੀ ਪਹਿਲਾਂ ਜਹਾਰ ਆਲਮ ਨੂੰ ਇਹਨਾਂ ਨੇ ਬੜਾ ਮਾਣ ਸਤਿਕਾਰ ਦਿੱਤਾ, ਉਹਦੇ ਘਰ ਵਾਲੀ ਨੂੰ ਟਿਕਟ ਦਿੱਤੀ। ਹੁਣ ਖੱਟੜੇ ਦੇ ਮੁੰਡੇ ਨੂੰ 2017 ਚ ਇਲੈਕਸ਼ਨ ਲੜਾਈ ਬਿਲਕੁਲ ਵੀ ਜਿਹੜੇ ਸਿੱਖ ਪੁੱਤਾਂ ਦੇ ਕਾਤਲ ਆ, ਸਿੱਖ ਬੱਚਿਆਂ ਦੇ ਕਾਤਲ ਆ, ਉਹਨਾਂ ਦੀ ਪੁਸਤ ਪਨਾਹੀ ਇਹ ਸਾਡੀਆਂ ਸੰਸਥਾਵਾਂ ਕਿਉਂ ਕਰ ਰਹੀਆਂ ਜੀ। 2015 ਦੇ ਵਿੱਚ ਜਿਹੜਾ ਮਾਫੀਨਾਮਾ ਦਿੱਤਾ ਗਿਆ ਜਾਂ ਡੇਟ ਅੱਗੇ ਪਿੱਛੇ ਹੋ ਸਕਦੀ ਆ, ਉਹਨੂੰ ਸਹੀ ਸਿੱਧ ਕਰਨ ਲਈ ਇਹ ਕੀਤਾ ਗਿਆ ਕਿ ਨੌਜਵਾਨਾਂ ਦੀ ਕਸੂਰ ਆ। ਨੇਫੇ 'ਚ ਕਹਿੰਦੇ ਮਹਾਰਾਜ ਦੇ ਪੱਤਰੇ ਤਾਂ ਉਹਨਾਂ ਦੇ ਕੋਲ ਹੈ ਹੀ ਨਹੀਂ ਸੀ, ਜਿਨ੍ਹਾਂ ਦੇ ਸਿਰ ਲਾ ਰਿਹਾ ਉਹ ਤੱਕ ਬੇਅੰਤ ਸਿੰਘ ਵਿਅਕਤੀ ਦੇ ਨਾਂ ਕੋਲ ਸੀ। ਔਰ ਚਿਹਰੇ ਬਦਲੇ ਆ, ਸਕੀਮ ਉਹੀ ਆ, ਪਲਾਨ ਉਹੀ ਆ। ਬਾਹਰਲੇ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਆ। ਅਸੀਂ ਅਕਾਲ ਤਖਤ ਨਾਲ ਕੋਈ ਸ਼ਖਸੀਅਤ ਜੁੜੀ ਹੋਵੇ ਉਹਦੀ ਵਿਰੋਧਤਾ ਨਹੀਂ ਕਰਨੀ ਚਾਹੁੰਦੇ, ਪਰ ਜੇ ਇਹ ਜਿਹਾ ਕਾਰੇ ਕਰਨਗੇ ਹਰ ਥਾਂ ਵਿਰੋਧਤਾ ਕਰਾਂਗੇ, ਹਰ ਥਾਂ ਸਵਾਲ ਪੁੱਛਾਂਗੇ ਜੀ। ਜਾਣੀ ਅਸੀਂ ਸੁੱਤੇ ਨਹੀਂ ਪਏ। ਅਸੀਂ ਆਪਣੇ ਬੱਚਿਆਂ ਦੇ ਕਾਤਲਾਂ ਨੂੰ ਐਵੇਂ ਹੀ ਨਹੀਂ ਪਬਲਿਕ ਸਫੇਰਨ ਦੇਵਾਂਗੇ, ਸਵਾਲ ਕਰਾਂਗੇ ਜਿੱਥੇ ਵੀ ਜਾਣਗੇ। ਜੇ ਉਹਨੇ ਸਿੱਖ ਪੁੱਤਰਾਂ ਦੇ ਕਾਤਲਾਂ ਨੂੰ ਸਨਮਾਨ ਦੇਣਾ ਤਾਂ ਫਿਰ ਮੈਂ ਉਹਨਾਂ ਵੀ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਉਹਨਾਂ ਨੂੰ ਬੇਨਤੀ ਦੀਆਂ ਚਿੱਠੀਆਂ ਪਾਉਂਦੇ, ਉਹਨਾਂ ਨੂੰ ਪਾ ਰਿਹਾ ਜਿਹੜੇ ਬੇਅਦਬੀ ਕਰਨ ਨੂੰ ਲੁਕੋ ਰਹੇ ਆ। ਭਾਈ ਜੋਗਾ ਸਿੰਘ ਜੀ, ਮੈਂ ਥੋੜਾ ਜਿਹਾ ਆਪ ਜੀ ਨੂੰ ਇੱਥੇ ਪੌਜ਼ ਕਰਦਾ। ਅਸੀਂ ਜਿਸ ਸ਼ਖਸੀਅਤ ਬਾਰੇ ਗੱਲ ਕਰ ਰਹੇ ਹਾਂ, ਦੇਖੋ ਸਾਨੂੰ ਗੱਲ ਕਰਨੀ ਪੈਣੀ ਹੈ ਵੀ ਐਲੀਜਿਡਲੀ ਕਿਹਦੇ ਬਾਰੇ ਗੱਲ ਹੋ ਰਹੀ ਹੈ। ਜਿਹੜਾ ਰਣਧੀਰ ਸਿੰਘ ਖੱਟੜਾ ਜੋ ਕਿ ਰਣਬੀਰ ਸਿੰਘ ਖੱਟੜਾ ਜੋ ਕਿ ਇੱਕ ਫਾਰਮਰ ਆਈਜੀ ਨੇ, ਔਰ ਉਹਨਾਂ ਦੇ ਬੇਟੇ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਇਲੈਕਸ਼ਨ ਲੜ ਰਹੇ 2017 ਦੇ ਵਿੱਚ। 2017 ਚ ਇਲੈਕਸ਼ਨ ਲੜੀ ਸਿੱਟ ਦਾ ਮੁਖੀ ਔਰ ਇਹਨਾਂ ਦੇ ਬਾਰੇ ਮੈਂ ਜੋਗਾ ਸਿੰਘ ਜੀ ਜ਼ਰੂਰ ਚਾਹੁੰਦਾ ਬਈ ਇਹਨਾਂ ਦੇ ਬਾਰੇ ਵੀ ਜਿਹੜੀ ਸੋਸ਼ਲ ਮੀਡੀਆ ਤੇ ਜਿੱਦਾਂ ਹੀ ਇਹ ਪ੍ਰੋਗਰਾਮ ਹੋਇਆ ਤੇ ਸੋਸ਼ਲ ਮੀਡੀਆ ਤੇ ਕਾਫੀ ਕੰਟੈਂਟ ਫਲੱਡ ਹੋਇਆ ਕਿ ਜਿਹੜੇ ਇਹਨਾਂ ਤੇ ਜਿਸ ਤਰ੍ਹਾਂ ਅਜ਼ਾਰ ਆਲਮ ਤੇ ਜਾਂ ਸੁਮੇਧ ਸੈਣੀ ਤੇ ਜਿਸ ਤਰ੍ਹਾਂ ਦੇ ਲੱਗਦੇ ਨੇ ਦੋਸ਼ ਕਿ ਸਿੱਖ ਮੁੰਡਿਆਂ ਦੀ ਜਿਹੜੀ ਹੈ ਇਹਨਾਂ ਨੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਕੀਤੇ ਜਾਂ ਕੁਛ ਕੀਤੇ, ਇਹਨਾਂ ਤੇ ਵੀ ਸਿਮਿਲਰ ਦੋਸ਼ ਲਾਏ ਜਾ ਰਹੇ ਨੇ। ਕੀ ਆਪਣੇ ਕੋਲ ਕੋਈ ਫੈਕਟਸ ਹੈਗੇ ਨੇ ਜਿਹੜੇ ਤੁਸੀਂ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੁੰਦੇ? ਲੁਧਿਆਣੇ ਜਦੋਂ ਗੋਲੀ ਚੱਲੀ 2009 ਦੇ ਵਿੱਚ ਜੀ, ਉੱਥੇ ਇਹਦੀ ਸੁਪਰਵਿਜ਼ਨ ਸੀ। ਉੱਥੇ ਜਸਵਿੰਦਰ ਸਿੰਘ ਰਾਜਪੁਰਾ ਦੇ ਗੋਲੀ ਲੱਗੀ। ਮੈਂ ਉਹਨਾਂ ਗੱਲ ਕਰਕੇ ਆਇਆ, ਐਵੇਂ ਨਹੀਂ ਨਾ ਲਿਆ, ਉਹਦਾ ਨੰਬਰ ਜਾਨੇ ਬਾਅਦ ਚ ਲੈਣਾ, ਮੇਰੇ ਤੋਂ ਫੋਨ ਕਰਕੇ ਲੈ ਲਵੇ ਜੀ। ਉਹਨੇ ਕੋਰਟ 'ਚ ਕੇਸ ਕੀਤਾ। ਇਹਨੇ ਉਹਨੂੰ, ਇਹ ਪਟਿਆਲੇ ਦਾ ਉਦੋਂ ਪੁਲਿਸ ਮੁਖੀ ਸੀ, ਇਹਨੇ ਆਪਣੇ ਉਹਨੂੰ ਪਟਿਆਲੇ ਸੱਦ ਕੇ ਧਮਕੀ ਦਿੱਤੀ ਕੇਸ ਵਾਪਸ ਲੈ ਲਾ ਨਹੀਂ ਤਾਂ ਦੇਖ ਲਈ। ਇਸ ਤੋਂ ਇਲਾਵਾ ਭਾਈ ਨਰੈਣ ਸਿੰਘ ਜੀ ਦੇ ਦੱਸਣ ਦਾ ਭਾਈ ਨਰੈਣ ਸਿੰਘ ਦੇ ਦੋ ਚਾਚੇ ਦੇ ਮੁੰਡੇ ਮਰੇ ਗਏ। ਭਾਈ ਨਰੈਣ ਸਿੰਘ ਚੌੜਾ ਜੀ ਉਹਦਾ ਦੋਸ਼ ਵੀ ਇਹਦੇ ਸਿਰ ਲੱਗਦਾ। ਠੀਕ ਹੈ ਜੀ, ਬਈ ਇਹਨੇ ਕਰਵਾਇਆ ਆਪਣੇ ਸਾਥੀਆਂ ਕੋਲੋਂ। ਇੱਕ ਬਲਵੀਰ ਸਿੰਘ ਸੰਧੂ ਸੀ, ਡਾਕਟਰ ਜਗਜੀਤ ਸਿੰਘ ਦਾ ਸਮਕਾਲੀ ਉਹਦੇ ਨਾਲ ਸੀ, ਉਹਦੇ ਬੇਟੇ ਨੂੰ ਵੀ ਉਹਦਾ ਦੋਸ਼ ਵੀ ਇਹਦੇ ਸਿਰ ਲੱਗਦਾ। ਇਹਨੇ ਇਹ
ਇੱਕ ਸੀ ਡੀਐਸਪੀ ਸੀ ਬਲਦੇਵ ਸਿੰਘ ਸ਼ੇਖੋਂ, ਜਿਹਨੂੰ 35 ਸਾਲ ਦੀ ਸਜ਼ਾ ਹੋਈ ਆ। ਉਹਨੂੰ 7 ਇੱਕ ਪਰਿਵਾਰ ਦੇ ਕਤਲ ਕਰ ਦਿੱਤੇ ਸੀ, ਇੱਕ ਕਤਲ ਦੀ ਉਹਨੂੰ 5-5 ਸਾਲ ਦੀ ਸਜ਼ਾ ਹੋਈ ਆ। ਇਦਾਂ ਦੇ ਬੰਦਿਆਂ ਨੂੰ ਨਾਲ ਲੈ ਕੇ ਇਹਨੇ ਕਾਰੇ ਕਰਵਾਏ ਆ। ਜਾਣੀ ਜੇ ਅਕਾਲ ਤਖਤ ਤੇ ਇਦਾਂ ਦੇ ਬੰਦਿਆਂ ਨੂੰ ਸਨਮਾਨਿਤ ਕੀਤਾ ਜਾਣਾ, ਜੇ ਇਦਾਂ ਦੇ ਬੰਦਿਆਂ ਨੂੰ ਉੱਥੇ ਜਗ੍ਹਾ ਦੇਣੀ ਜਾਣੀ ਆ, ਤਾਂ ਅਸੀਂ ਉਸ ਜਥੇਦਾਰ ਦਾ ਤੇ ਉਸ ਕਮੇਟੀ ਦਾ ਖੁੱਲ੍ਹੇਆਮ ਵਿਰੋਧ ਕਰਾਂਗੇ। ਬਿਲਕੁਲ, ਬਹੁਤ ਬਹੁਤ ਧੰਨਵਾਦ। ਇਸੇ ਥਾਟਸ ਦੇ ਨਾਲ ਮੈਂ ਚੌਹਾਨ ਸਾਹਿਬ ਜੀ ਕੋਲ ਜਾਣਾ। ਚੌਹਾਨ ਸਾਹਿਬ, ਤੁਸੀਂ ਬਹੁਤ ਕ੍ਰਿਟੀਕਲ ਰਹੇ ਹੋ ਜੋ ਕੁਝ ਪਿਛਲੇ 30 ਸਾਲਾਂ 'ਚ ਅਕਾਲੀ ਦਲ ਨੇ ਕੀਤਾ, ਜਾਂ ਉਹਨਾਂ ਦੁਆਰਾ ਥਾਪੇ ਹੋਏ ਜਥੇਦਾਰਾਂ ਨੇ ਕੀਤਾ, ਜਾਂ ਸ਼੍ਰੋਮਣੀ ਕਮੇਟੀ ਨੇ ਕੀਤਾ। ਮੇਰਾ ਆਪ ਜੀ ਨੂੰ ਸਿੱਧਾ ਸਵਾਲ ਹੈ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਉੱਥੇ ਇੱਕ ਅਜਿਹੇ ਪੁਲਿਸ ਵਾਲੇ ਨੂੰ ਇੰਡੋਰਸ ਕੀਤਾ ਜਾ ਰਿਹਾ ਜਿਹਦੇ ਤੇ ਅਲੈਜਿਡਲੀ ਬਹੁਤ ਸਾਰੇ ਸਿੱਖ ਨੌਜਵਾਨੀ ਦੇ ਖਿਲਾਫ ਉਠਾਏ ਹੋਏ ਕਦਮਾਂ ਔਰ ਉਹਨਾਂ ਤੇ ਗੋਲੀਆਂ ਚਲਾਈਆਂ, ਉਹਨਾਂ ਤੇ ਜਾਨਲੇਵਾ ਜਿਹੜੇ ਹਮਲੇ ਨੇ ਉਹਨਾਂ ਦੇ ਦੋਸ਼ ਨੇ। ਤੇ ਇਹੋ ਜੀ ਸ਼ਖਸੀਅਤ ਨੂੰ ਅਕਾਲ ਤਖਤ ਸਾਹਿਬ ਦੇ ਉੱਤੋਂ ਇੰਡੋਰਸ ਕਰਨਾ ਜਾਂ ਕੋਈ ਸਾਂਝੇ ਪ੍ਰੋਗਰਾਮ 'ਚ ਇੰਡੋਰਸ ਕਰਨਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਵਾਹ ਜੀ, ਖਾਲਸਾ ਵਾਹ ਜੀ, ਫਤਿਹ ਜੀ। ਬੇਨਤੀ ਹੈ ਜੀ ਕਿ ਜੋ ਅਸ ਨੂੰ ਕਾਫੀ ਕਲੀਅਰ ਕਰ ਦਿੱਤਾ ਹੈਗਾ। ਜਿੱਥੋਂ ਤੱਕ ਇਸ ਸ਼ਖਸ ਦਾ ਸਵਾਲ ਆ, ਇਹਦੇ ਵਿੱਚ ਬੀਬੀ ਜਗੀਰ ਕੌਰ ਵਿੱਚ ਤੇ ਐਸਜੀਬੀ ਦੇ ਜਿਹੜੀ ਪ੍ਰਧਾਨ ਆ ਉਹ ਜੀ, ਤੇ ਜਥੇਦਾਰ ਅਕਾਲ ਦੇ ਵਿੱਚ, ਤਿੰਨਾਂ ਵਿੱਚ ਕੋਈ ਫਰਕ ਨਹੀਂ ਹੈਗਾ। ਠੀਕ ਹੈ, ਮੇਰੀ ਨਿਗਾਹ 'ਚ ਇੱਕੋ ਹੀ ਆ। ਤੁਸੀਂ ਕਹਿੰਦੇ ਹੋ ਵੀ ਇਹ ਪ੍ਰੌਕਸੀ ਨੇ ਸਾਰੇ ਇੱਕੋ ਚੀਜ਼? ਬਿਲਕੁਲ ਇੱਕੋ ਹੀ ਆ। ਕਾਰਨ ਕੀ ਹੈਗਾ, ਦੇਖੋ, ਜੋ ਕੁਛ ਵੀ ਇਹ ਡਰਾਮਾ ਕੀਤਾ ਗਿਆ ਹੈਗਾ ਜੀ, ਇਹ ਜਿਨ੍ਹਾਂ ਦੇ ਉਹ ਥਾਪੇ ਹੋਏ ਆ, ਉਹਨਾਂ ਦੇ ਮੂੰਹ 'ਚ ਪਾਣੀ ਪਾਉਣ ਵਾਲੀ ਗੱਲ ਕੀਤੀ ਕਿ ਮੁੜ ਕੇ ਕਿਸ ਤਰ੍ਹਾਂ ਉਹ ਸਰਜੀਤ ਹੋ ਜਾਣ। ਲੇਕਿਨ ਇਹ ਭੁੱਲ ਜਾਣ ਜੀ, ਇਹ ਭੁੱਲ ਜਾਣ ਜੋ ਮਰਜੀ, ਇਹ ਖੱਟੜੇ ਵਰਗੇ ਜੋ ਮਰਜੀ ਜਿੰਨੇ ਮਰਜੀ ਲੈ ਆਉਣ, ਠੀਕ ਹੈ ਜੀ, ਇਹ ਭੁੱਲ ਜਾਣ। ਬਾਹਰੋਂ ਵੀ ਪ੍ਰਚਾਰ ਇੰਨਾ ਹੋਊਗਾ ਔਰ ਉੱਥੇ ਵੀ ਪ੍ਰਚਾਰ ਹੋ ਰਿਹਾ। ਇਹ ਦੋ ਸ਼ਖਸ ਜਿਹੜੇ ਹੈਗੇ ਆ ਜੀ, ਮੈਂ ਇੱਥੇ ਸੋਸ਼ਲ ਮੀਡੀਆ ਤੇ ਵੀ ਲਿਖਿਆ ਸੀਗਾ ਜੀ ਜੀ, ਮੈਂ ਕਿਹਾ ਐਸਜੀਪੀਸੀ ਤੇ ਅਕਾਲ ਤਖਤ ਜਥੇਦਾਰ ਅਕਾਲ ਤਖਤ, ਇਹ ਦੋਨੋਂ ਹੀ ਸਿੱਖ ਰਹਿਤ ਮਰਿਆਦਾ ਜਿਹੜੀ ਪੰਥ ਪ੍ਰਬੰਧ ਹੈਗੀ ਆ, ਇਹ ਦੋਨੋਂ ਹੀ ਉਹਨੂੰ ਮੰਨਦੇ ਨਹੀਂ ਹੈਗੇ। ਇਹ ਤਨਖਾਹੀਏ ਆ, ਇਹ ਖੁਦ ਤਨਖਾਹੀਏ ਆ, ਇਹ ਉਹਨੂੰ ਮੰਨਦੇ ਨਹੀਂ। ਜੇ ਉਹਨੂੰ ਮੰਨਦੇ ਹੁੰਦੇ, ਉਹਦੇ ਵਿੱਚ ਲਿਖਿਆ ਕੁੜੀ ਮਾਰ ਤੇ ਨੜੀ ਮਾਰ, ਬਿਲਕੁਲ ਉਹਨੂੰ ਕਦੇ ਮੂੰਹ ਨਹੀਂ ਲਾਉਣਾ। ਇਹਨੀ ਕੁੜੀ ਮਾਰ ਨੂੰ ਦੁਬਾਰਾ ਪ੍ਰਧਾਨ ਬਣਾਇਆ ਕੁੜੀ ਮਾਰ। ਜਿਹੇ ਜੀ ਸ਼ਰਮ ਉਹਨੂੰ ਨਹੀਂ ਆਉਂਦੀ ਹੈਗੀ। ਜੇ ਏਦਾਂ ਦਾ ਉੱਥੇ ਬੰਦਾ ਕਹਿੰਦਾ ਵੀ ਭਾਈ ਮੈਨੂੰ ਬਖਸ਼ੋ, ਮੈਂ ਪਿੱਛੇ ਰਹਿਣਾ, ਠੀਕ ਆ, ਉਹ ਚੱਬ ਗੱਲਾਂ ਕਰਦੀ ਹੈ ਜਨਾਨੀ, ਰਾਈਟ। ਹੁਣ ਮੇਰਾ ਮਨ ਕਹਿੰਦਾ ਫਿਰ ਸਾਨੂੰ ਕਈ ਵਾਰ ਕਹਿੰਦੇ ਲਓ ਜੀ ਉਹ ਤੁਸੀਂ ਇੱਜ਼ਤ ਕਾਹਦੀ ਇੱਜ਼ਤ, ਜਿਹਨੂੰ ਆਪ ਨੂੰ ਇੱਜ਼ਤ ਦਾ ਕੋਈ ਨਹੀਂ ਪਤਾ, ਇੱਜ਼ਤ ਕਾਹਦੀ ਹੈਗੀ ਆ। ਚੌਹਾਨ ਸਾਹਿਬ, ਮੈਂ ਵਾਪਸ ਆਪ ਜੀ ਤੇ ਆਉਣਾ। ਜਿਹੜੀ ਤੁਸੀਂ ਗੱਲ ਕੀਤੀ, ਹੋਲਡ ਦੈਟ ਥਾਟ, ਕਿਉਂਕਿ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ ਕਰਨੀ। ਅਸੀਂ ਇਸ ਚੈਨਲ ਤੋਂ ਕਿਸੇ ਦੇ ਖਿਲਾਫ ਕਿਸੇ ਵੀ ਤਰੀਕੇ ਦਾ ਰਿਮਾਰਕ ਨਹੀਂ ਦੇਣਾ ਚਾਹੁੰਦੇ, ਅਸੀਂ ਸਿਰਫ ਫੈਕਟਸ ਤੋਂ ਗੱਲ ਕਰ ਰਹੇ ਹਾਂ। ਔਰ ਮੇਰੇ ਸਰੋਤੇ ਵੀ ਜਿਹੜੇ ਨੇ ਉਹ ਵੀ ਇਸ ਗੱਲ ਨੂੰ ਜਾਣ ਲੈਣ ਕਿ ਜਿੰਨਾ ਅੱਜ ਸਾਡਾ ਪੈਨਲ ਮੌਜੂਦ ਹੈ, ਸਭ ਦੀ ਆਪਣੀ ਆਪਣੀ ਨਿੱਜੀ ਰਾਏ ਹੈ, ਪਰ ਇਸ ਨਿੱਜੀ ਰਾਏ ਵਿੱਚ ਕਿਉਂਕਿ ਅਸੀਂ ਸਾਰੇ ਇਮੋਸ਼ਨਲ ਹੋ ਜਾਂਦੇ ਹਾਂ, ਕਿਉਂਕਿ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਨਾਲ ਸਾਰੇ ਜੁੜੇ ਹੋਏ ਹਾਂ। ਸੋ ਐਜ਼ ਅ ਪ੍ਰੈਜ਼ੈਂਟਰ ਵੀ ਜੇ ਮੇਰੇ ਮੂੰਹੋਂ ਵੀ ਕੁਝ ਇਹੋ ਜੀ ਗੱਲ ਨਿਕਲੇ ਤੇ ਉਹ ਭਾਵੁਕਤਾ ਦੇ ਤਲ ਦੇ ਉੱਤੇ ਆ ਕੇ ਅਸੀਂ ਜ਼ਰੂਰ ਹੈ, ਕਿਉਂਕਿ ਸਾਨੂੰ ਆਪਣੇ ਇਸ਼ਟ ਤੋਂ ਉੱਤੇ ਅਕਾਲ ਤਖਤ ਸਾਹਿਬ ਤੋਂ ਉੱਤੇ ਕੋਈ ਨਹੀਂ। ਚੌਹਾਨ ਸਾਹਿਬ, ਇੱਕ ਤੁਹਾਡੇ ਨੂੰ ਸਵਾਲ ਇਹ ਵੀ ਹੈ, ਜਿਹੜੇ ਜਰਨਲ ਹਾਊਸ ਨੇ ਹਰਪ੍ਰੀਤ ਸਿੰਘ ਨੂੰ, ਐਸਜੀਪੀਸੀ ਦੇ ਜਰਨਲ ਹਾਊਸ ਨੇ, ਜਿਹੜਾ ਕਿ ਟੈਕਨੀਕਲੀ 2013 ਵਿੱਚ ਭੰਗ ਹੋ ਜਾਣਾ ਚਾਹੀਦਾ ਸੀ, ਹਾਲੇ ਤੱਕ ਸਟ੍ਰੈਚ ਚੱਲ ਰਿਹਾ, ਉਹ ਇੱਕ ਵੱਖਰਾ ਵਿਸ਼ਾ। ਇਸੇ ਜਰਨਲ ਹਾਊਸ ਦਾ ਜਿਹੜਾ ਉਸ ਵੇਲੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਉਹ ਲੋਂਗੋਵਾਲ, ਔਰ ਇਹ ਉਹੀ ਲੋਂਗੋਵਾਲ ਸੀ ਜਿਹੜਾ ਸਿਰਸੇ ਦੇ ਕੋਲੋਂ ਵੋਟਾਂ ਮੰਗਣ ਗਿਆ ਔਰ ਬਾਅਦ ਵਿੱਚੋਂ ਮਾਫੀ ਦੇ ਵਜੋਂ ਭਾਂਡਿਆਂ ਦੀ ਜਿਹੜੀ ਹੈ ਉਹ ਸੇਵਾ ਲਗਵਾ ਕੇ ਤੇ ਉਹਨੂੰ ਵੀ ਵਾਈਟ ਵਾਸ਼ ਕੀਤਾ ਗਿਆ। ਇਸੇ ਪ੍ਰਧਾਨ ਦੀ ਸਰਪ੍ਰਸਤਗੀ ਵਿੱਚ ਸ਼੍ਰੋਮਣੀ ਕਮੇਟੀ ਦੇ ਜਰਨਲ ਹਾਊਸ ਨੇ ਹਰਪ੍ਰੀਤ ਸਿੰਘ ਨੂੰ ਜਥੇਦਾਰ ਬਣਾਇਆ। ਮੇਰਾ ਆਪ ਜੀ ਨੂੰ ਸਵਾਲ ਹੈ, ਤੁਸੀਂ ਗੱਲ ਕਹਿ ਰਹੇ ਸੀ ਬਾਹਰੋਂ ਪ੍ਰਚਾਰ ਹੋਏਗਾ, ਪਰ ਹਰਪ੍ਰੀਤ ਸਿੰਘ ਇੱਥੇ ਆਉਂਦੇ ਨੇ, ਮੈਨੂੰ ਮਾਫ ਕਰਨਾ, ਬਹੁਤ ਸਾਰੀਆਂ ਅਜਿਹੀਆਂ ਧਿਰਾਂ ਜਿਨ੍ਹਾਂ ਨੇ 2009 ਵਿੱਚ ਕਸਮਾਂ ਖਾਧੀਆਂ ਸਨ, ਵਾਅਦੇ ਕੀਤੇ ਸਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕੀਤੇ ਸਨ ਕਿ ਅਸੀਂ ਬਾਦਲਾਂ ਦਾ ਕੋਈ ਡਾਇਰੈਕਟ ਇਨਡਾਇਰੈਕਟ ਪ੍ਰੌਕਸੀ ਨੂੰ ਨਹੀਂ ਆਣ ਦੇਵਾਂਗੇ, ਅਸੀਂ ਨਹੀਂ ਸਪੋਰਟ ਕਰਾਂਗੇ। ਅੱਜ ਉਹ ਸਾਰਾ ਸਟੈਂਡ ਬਦਲਿਆ ਲੱਗਦਾ। ਤੁਹਾਡਾ ਕੀ ਵਿਚਾਰ ਹੈ? ਔਰ ਬਾਅਦ ਚੋਂ ਮੈਂ ਉਹਨਾਂ ਵੀਰਾਂ ਨੂੰ, ਅਸੀਂ ਉਹਨਾਂ ਦੇ ਖਿਲਾਫ ਕੋਈ ਗੱਲ, ਅਸੀਂ ਉਹਨਾਂ ਨੂੰ ਬੜੇ ਸਟੇਡੇ ਨਾਲ ਬੇਨਤੀ ਕਰਦੇ ਹਾਂ ਜੀ, ਗੁਰਸਿੱਖ ਆ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਜੀ, ਬਿਲਕੁਲ। ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ 2009 ਦੇ ਵਿੱਚ ਜੋ ਅਹਿਦ ਕੀਤਾ ਗਿਆ ਸੀਗਾ, ਉਹ ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈਗਾ ਜੀ। ਔਰ
ਸਾਨੂੰ ਜਾਨੀ ਕਿਸੇ ਦੀ ਵੀ ਐਂ ਮੁੱਠੀ ਚਾਪੀ ਨਹੀਂ ਕਰਨੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਵੱਡਾ ਕੋਈ ਨਹੀਂ ਹੈਗਾ। ਔਰ ਸਾਨੂੰ ਉਸ ਤੇ ਪਹਿਰਾ ਦੇ ਕੇ ਸਾਨੂੰ ਜਿਹੜੇ ਵੀ ਉੱਥੇ ਆਉਂਦੇ ਆ ਉਹਨਾਂ ਦੇ ਕੋਲੋਂ ਉਹੀ ਸਵਾਲ ਪੁੱਛਣੇ ਚਾਹੀਦੇ ਆ। ਨੰਬਰ 1 ਨੰਬਰ 2 ਇੱਕ ਮੈਂ ਮਾੜੀ ਹੋਰ ਗੱਲ ਕਰ ਜਾਵਾਂ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ, ਸ਼੍ਰੋਮਣੀ ਅਕਾਲੀ ਦਲ 1920 ਦਸੰਬਰ ਦੇ ਵਿੱਚ ਇਹ ਪਾਵਰ ਚ ਆਇਆ ਹੈਗਾ। ਬੜਾ ਚੰਗਾ ਇਤਿਹਾਸ ਇਹਦਾ ਰਿਹਾ ਹੈਗਾ। ਲੇਕਿਨ ਪਿਛਲੇ 18-20 ਸਾਲਾਂ ਤੋਂ 1996 ਦੇ ਵਿੱਚ ਮੋਗਾ ਕਾਨਫਰੰਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਇਸ ਵੇਲੇ ਉੱਥੇ ਹੁੰਦਾ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਹੈ ਹੀ ਨਹੀਂ। 1996 ਦੇ ਵਿੱਚ ਮੋਗੇ ਕਾਨਫਰੰਸ ਦੇ ਵਿੱਚ ਪੰਜਾਬੀ ਪਾਰਟੀ ਡਿਕਲੇਅਰ ਕਰਤਾ ਗਿਆ ਸੀਗਾ। ਬਿਲਕੁਲ ਸੋ ਇਸ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਹੀ ਨਹੀਂ। ਸੋ ਉਹ ਬਿਲਕੁਲ ਠੀਕ ਹੈ ਜੀ, ਧੰਨਵਾਦ ਬਹੁਤ ਬਹੁਤ। ਮੈਂ ਸੰਘੇੜਾ ਸਾਹਿਬ ਆਪ ਜੀ ਤੇ ਆਉਣਾ, ਫਿਰ ਮੈਂ ਅਟਵਾਲ ਸਾਹਿਬ ਜੀ ਤੇ ਜਾਣਾ। ਅਸੀਂ ਸਾਰੀ ਜਿਹੜੀ ਗੱਲਬਾਤ ਇਹਦੀ ਭੂਮਿਕਾ ਤਾਂ ਆਪਾਂ ਸਮਝ ਗਏ ਹਾਂ। ਇੱਕ ਬੜੀ ਹੈਰਤ ਅੰਗੇਜ਼ ਗੱਲ ਹੈ ਕਿ ਅੱਜ ਵੀ ਸ਼ਾਇਦ ਅਸੀਂ ਐਜ਼ ਅ ਕੌਮ ਕਈ ਲੈਸਨ ਜਿਹੜੇ ਸਾਨੂੰ ਲੈਣੇ ਚਾਹੀਦੇ ਸੀ ਉਹ ਸ਼ਾਇਦ ਨਹੀਂ ਲੈ ਸਕੇ। ਸਿੱਖ ਲਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਤੇ ਕੁਛ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਜਿੱਥੇ ਹੋ ਜਾਂਦੀ ਹੈ ਉੱਥੇ ਬਾਕੀ ਸਾਰੀਆਂ ਗੱਲਾਂ ਛੋਟੀਆਂ ਲੱਗਦੀਆਂ। ਉਹ ਚੀਜ਼ ਬਿਯੋਂਡ ਪੋਲਿਟਿਕਸ ਹੋ ਜਾਂਦੀ ਹੈ, ਬਿਯੋਂਡ ਧੜੇਬੰਦੀ ਹੋ ਜਾਂਦੀ ਹੈ। ਤੁਸੀਂ ਇਸ ਪੂਰੇ ਕਾਸੇ ਨੂੰ ਕੀ ਦੇਖਦੇ ਹੋ? ਜਿਸ ਤਰ੍ਹਾਂ ਭਾਈ ਜੋਗਾ ਸਿੰਘ ਜੀ ਨੇ, ਚੌਹਾਨ ਸਾਹਿਬ ਜੀ ਨੇ ਕਿਹਾ 2022 ਚ ਇਲੈਕਸ਼ਨ ਆਉਣ ਲੱਗੇ ਨੇ, ਅਕਾਲੀ ਦਲ ਨੂੰ ਦੁਬਾਰਾ ਪੰਥਕ ਇਮੇਜ ਦੀ ਲੋੜ ਹੈ। ਤੇ ਇੱਕ ਗੱਲ ਮੈਂ ਇਹ ਵੀ ਜ਼ਰੂਰ ਕਹਿ ਦੇਣਾ ਚਾਹੁੰਦਾ ਵੀ ਜਿਹੜਾ ਪ੍ਰੋਗਰਾਮ ਉਸ ਦਿਨ ਹੋਇਆ ਕਿਤੇ ਨਾ ਕਿਤੇ ਸਿੱਧੇ ਅਸਿੱਧੇ ਤੌਰ ਤੇ ਅਕਾਲੀ ਦਲ ਤੋਂ ਜਿਹੜੀ ਬੇਦਬੀਆਂ ਦੀ ਜ਼ਿੰਮੇਵਾਰੀ ਸੀ ਉਸ ਨੂੰ ਸਾਈਡਲਾਈਨ ਕਰਕੇ ਤੇ ਉਸ ਨੂੰ ਫਿਰ ਮੁੜ ਸਿੱਖਾਂ ਤੇ ਹੀ ਸੁੱਟ ਦਿੱਤਾ ਗਿਆ। ਪਹਿਲਾਂ ਵੀ ਅਸੀਂ ਦੇਖਿਆ ਕਿ ਜਿਹੜੇ ਪੰਜ ਗਰਾਈਆਂ ਦੋ ਭਰਾ ਸੀਗੇ ਉਹਨਾਂ ਦੋਵਾਂ ਨੂੰ ਕੁੱਟ-ਕੁੱਟ ਕੇ ਮਾਰ-ਮਾਰ ਕੇ ਉਹਨਾਂ ਦੀ ਰੀੜ੍ਹ ਦੀ ਹੱਡੀ ਰੁਪਿੰਦਰ ਸਿੰਘ ਦੀ ਦਾਸ ਆਪ ਵੀ ਉਹਨਾਂ ਦੇ ਨਾਲ ਗੱਲ ਕਰਦਾ ਰਿਹਾ ਰੈਗੂਲਰਲੀ ਉਹਨਾਂ ਦਿਨਾਂ 'ਚ। ਉਹਨਾਂ ਨੂੰ ਹੀ ਸਿੱਖ ਬੇਦਬੀ ਹੋਈ ਸਿੱਖ ਦੇ ਇਸ਼ਟ ਦੀ, ਤੇ ਜਿਹੜੇ ਉਹਦੇ ਲਈ ਮੁਜ਼ਾਹਰਾ ਕਰ ਰਹੇ ਸਨ, ਵਿਰੋਧ ਕਰ ਰਹੇ ਸਨ, ਉਹਨਾਂ ਨੂੰ ਹੀ ਕੁੱਟ ਮਾਰ ਕੇ ਉਹਨਾਂ ਦੀ ਰੀੜ੍ਹ ਦੀ ਹੱਡੀ ਤੋੜੀ ਗਈ ਪੁਲਿਸ ਰਿਮਾਂਡ ਦੇ ਵਿੱਚ। ਇਹ ਕਿਸ ਤਰ੍ਹਾਂ ਦਾ ਇਨਸਾਫ ਹੈ? ਔਰ ਅੱਜ ਫਿਰ ਜਿਹੜੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਹੈ ਉਹ ਫਿਰ ਕਹਿ ਰਹੀ ਹੈ ਵੀ ਇਹ ਤਾਂ ਉਹ ਪ੍ਰਚਾਰਕ ਹੀ ਦੋਸ਼ੀ ਨੇ। ਸੰਘੇੜਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸਾਧ ਸੰਗਤ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਮਸਲੇ ਲਈ ਅੱਜ ਆਪਾਂ ਇਕੱਤਰ ਹੋਏ ਹਾਂ, ਇਹ ਮਸਲਾ ਜੇ ਦੇਖਿਆ ਜਾਵੇ ਇਹ ਅੱਜ ਦੀ ਦੇਣ ਨਹੀਂ। ਇਸ ਮਸਲੇ ਲਈ, ਇਹਨਾਂ ਚੀਜ਼ਾਂ ਲਈ ਸਾਡੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਸੀ ਉਹ ਜ਼ਿੰਮੇਵਾਰ ਹਨ। ਕਿਉਂਕਿ ਹਮੇਸ਼ਾ ਹੀ ਪੋਲੀਟੀਕਲ ਲੋਕ ਇਹ ਸੋਚਦੇ ਆ ਵੀ ਕੌਮ ਨੂੰ ਬੇਵਕੂਫ ਕਿੱਦਾਂ ਬਣਾਉਣਾ। ਉਹ ਕੋਈ ਨਾ ਕੋਈ ਇੱਦਾਂ ਦੀ ਚੀਜ਼ ਕੱਢਦੇ ਆ ਜਿਹਨਾਂ ਕੌਮ ਨੂੰ ਪਤਾ ਨਹੀਂ ਲੱਗਦਾ। ਖਾਸ ਕਰਕੇ ਸਿੱਖ ਕੌਮ ਨੂੰ ਭੁੱਲਣ ਦੀ ਬੜੀ ਆਦਤ ਆ। ਸਾਡੇ ਸਾਹਮਣੇ ਸਾਡੇ ਜੀਂਦਿਆਂ ਜੀ ਹੀ 1978 ਤੋਂ ਲਾ ਕੇ ਅੱਜ ਤੱਕ ਕੌਮ ਨਾਲ 1978 ਦਾ ਸਾਕਾ ਹੋਇਆ, 13 ਸਿੰਘ ਸ਼ਹੀਦ ਹੋਏ। ਉਦੋਂ ਵੀ ਇਹ ਬਾਦਲ ਸਰਕਾਰ ਸੀ। ਬਿਲਕੁਲ ਇਹ ਬੰਬਈ ਭੰਗੜਾ ਦੇਖਦਾ ਸੀ ਤੇ ਪੰਜਾਬ ਦੇ ਵਿੱਚ ਅੱਗ ਲੱਗੀ ਹੋਈ ਸੀ। ਉਦੋਂ ਵੀ ਇਹਦੀ ਅੱਗ ਲਾਈ ਹੋਈ ਸੀ। ਲੇਕਿਨ ਅਸੀਂ ਸੋਚ ਕੇ ਇਸ ਚੀਜ਼ ਨੂੰ ਅਸੀਂ 1978 ਤੋਂ ਇਸ ਚੀਜ਼ ਦੇ ਮਗਰ ਖੜ ਗਏ ਹਾਂ ਤੇ ਸਾਨੂੰ ਆਪਣਾ ਰਾਜ ਭਾਗ ਚਾਹੀਦਾ। ਸਾਨੂੰ ਇਹ ਲੜਾਈ ਕਰਨੀ ਪੈਣੀ ਆ, ਚਾਹੇ ਅੱਜ ਕਰੀਏ ਤੇ ਚਾਹੇ ਕੱਲ ਕਰੀਏ। ਲੇਕਿਨ ਕੌਮ ਨੇ ਕਈ ਵਾਰੀ ਇਸ ਚੀਜ਼ ਨੂੰ ਸੋਚਿਆ ਤੇ ਪਤਾ ਨਹੀਂ ਕਿਹੜੀ ਚੀਜ਼ ਦੇ ਕਾਰਨ ਕਰਕੇ ਪਿੱਛੇ ਨੂੰ ਪੈਰ ਚੱਕ ਲੈਂਦੇ ਹਨ। ਰਾਈਟ, ਅਸੀਂ ਤਾਂ ਕੌਮ ਨੂੰ ਅੱਜ ਵੀ ਕਹਿੰਦੇ ਆ ਕਿ ਤੁਸੀਂ ਹਰ ਟਾਈਮ ਤੇ ਦੇਖਿਆ 1978 ਤੋਂ ਲਾ ਕੇ ਜਿੰਨੇ ਵੀ ਹਾਦਸੇ ਹੋਏ ਆ ਉਹਨਾਂ ਸਾਰਿਆਂ ਹਾਦਸਿਆਂ ਨੂੰ ਅਗਰ ਜਮ੍ਹਾਂ ਕਰ ਲਿਆ ਜਾਵੇ ਤਾਂ ਇਹ ਲੋਕ ਇਸ ਧਰਤੀ ਤੇ ਰਹਿਣ ਦੇ ਕਾਬਿਲ ਵੀ ਨਹੀਂ ਜੋ ਕੁਛ ਇਹਨਾਂ ਨੇ ਕੌਮ ਨਾਲ ਕੀਤਾ। ਰਾਈਟ, ਰਹੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕਿਉਂਕਿ ਕਾਫੀ ਸਿੰਘਾਂ ਨੇ ਵੀ ਕਾਫੀ ਕਹਿਤਾ, ਫਿਰ ਵੀ ਬੀਬੀ ਆ, ਅਸੀਂ ਬੀਬੀ ਨੂੰ ਬੀਬੀ ਕਹਾਂਗੇ, ਪਰ ਉਹ ਜੋ ਗੱਲਾਂ ਕਰਦੀ ਆ ਉਹ ਬੀਬੀਆਂ ਵਾਲੀਆਂ ਨਹੀਂ ਕਰਦੀ। ਕਿਉਂਕਿ ਪਹਿਲੀ ਗੱਲ ਤਾਂ ਇਹ ਵੀ ਕਨਸਟੀਟਿਊਸ਼ਨ ਜੋ ਸਾਡਾ ਵਿਧਾਨ ਆ, ਜੋ ਸਾਡੀ ਰਹਿਤ ਮਰਜ਼ਾਦਾ ਆ, ਪੰਥਕ ਰਹਿਤ ਮਰਜ਼ਾਦਾ, ਅਕਾਲ ਤਖਤ ਦਾ ਜਥੇਦਾਰ PhD ਜੇ ਉਹ ਵੀ ਉਹਨੂੰ ਨਹੀਂ ਪੜ੍ਹਦਾ ਤਾਂ ਹੁਣ ਤੁਸੀਂ ਦੱਸੋ ਵੀ ਪਾਕਿਸਤਾਨ ਤੋਂ ਤਾਂ ਪੜ੍ਹਾ ਕੇ ਲਿਆਉਣੇ ਰਹੇ। ਬਿਲਕੁਲ 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 ਜੀ। ਜੇ ਉਹਨੂੰ ਨਹੀਂ ਇਹ ਪਤਾ ਵੀ ਕੁੜੀ ਮਾਰ ਉਹਦੇ ਵਿੱਚ ਮੱਧ ਲਿਖੀ ਹੋਈ ਆ, ਬਿਲਕੁਲ ਜੀ ਬਿਲਕੁਲ, ਉਹਨੂੰ ਪੰਥ ਦੇ ਵਿੱਚ ਉਹਦੀ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਤੇ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣੀ ਔਰ ਦੁਬਾਰਾ ਬਣਾਇਆ ਰਾਈਟ ਜੀ ਜੀ। ਕਿਉਂਕਿ ਉਹ ਜਿਹੜਾ ਬਣਾਉਣਾ ਉਹ ਇੱਕ ਕਿਸਮ ਦਾ ਵੀ ਉਹ ਦੇਖਦੇ ਆ ਵੀ ਸਿੱਖਾਂ 'ਚ ਕਿੰਨੀ ਕੁ ਜਾਨ ਰਹਿ ਗਈ ਆ।
ਉਹ ਦੇਖਦੇ ਆ ਵੀ ਬੀਬੀ ਨੂੰ ਦੂਜੀ ਵਾਰੀ ਪ੍ਰਧਾਨ ਬਣਾਓ, ਦੇਖੀਏ ਸਿੱਖਾਂ 'ਚ ਜਾਨ ਹੈਗੀ ਆ, ਜੇ ਜਾਨ ਹੋਈ ਤਾਂ ਬੋਲਣਗੇ, ਜੇ ਨਾ ਜਾਨ ਹੋਈ ਤਾਂ ਬੀਬੀ ਨੂੰ ਸਵੀਕਾਰ ਕਰਕੇ ਤੁਰੇ ਰਹਿਣਗੇ। ਉਹੀ ਗੱਲ ਸਾਡੇ ਬਾਹਰਲੇ ਸਿੱਖਾਂ ਦੀ ਆ, ਮਾਫ ਕਰਨਾ। ਹਾਂਜੀ ਬਿਲਕੁਲ, ਹਾਂਜੀ ਸਾਡੇ ਬਾਹਰਲੇ ਸਿੱਖਾਂ ਦੀ ਜਿਹੜੀ ਕਮਜ਼ੋਰੀ ਆ, ਸਭ ਤੋਂ ਵੱਡੀ ਕਮਜ਼ੋਰੀ ਹਾਂਜੀ ਉਹ ਇਹੀ ਆ, ਜਿਹੜਾ ਆਇਆ ਉਹਦੀਆਂ ਲਾਲਾਂ ਚੱਟਣ ਲੱਗ ਪੈਂਦੇ ਅਸੀਂ, ਰਾਈਟ। ਅਗਰ ਉਹਨਾਂ ਨੂੰ ਅੱਖਾਂ ਦਿਖਾਲੀਆਂ ਜਾਣ ਨਾ, ਉਹ ਤੁਹਾਨੂੰ ਉਸੇ ਤਰੀਕੇ ਨਾਲ ਗੱਲ ਕਰਦੇ ਆ। ਸੰਘੇੜਾ ਸਾਹਿਬ ਤੁਸੀਂ ਇਸ ਪੁਆਇੰਟ ਨੂੰ ਹੋਲਡ ਕਰੋ, ਮੈਂ ਅਟਵਾਲ ਸਾਹਿਬ ਤੇ ਜਾਣਾ। ਅਟਵਾਲ ਸਾਹਿਬ, ਆਪਾਂ ਭੂਮਿਕਾ ਦੀ ਤਾਂ ਗੱਲ ਕੀਤੀ ਹੈ ਕਿ ਕੀ ਹੋਇਆ ਹੈਨਾ, ਤੁਹਾਡੇ ਤੋਂ ਵੀ ਮੇਰਾ ਸਵਾਲ ਇਹ ਹੈ, ਕਿਉਂਕਿ ਤੁਸੀਂ ਸਾਰੇ ਹੀ ਮੈਂ ਸਮਝਦਾ ਵੀ ਮੋਤਵਾਰ ਦਾਸ ਤਾਂ ਤੁਹਾਡੇ ਸਾਹਮਣੇ ਬਹੁਤ ਨਿਆਣਾ ਜਿਹਾ ਹੈ, ਤੁਸੀਂ ਚਾਰੋਂ ਲੰਮੇ ਸਮੇਂ ਤੋਂ ਇੱਥੇ ਪੰਥਕ ਜਿਹੜੀਆਂ ਕਤਰਤਾਵਾਂ ਨੇ, ਜਿਹੜੀਆਂ ਜਥੇਬੰਦੀਆਂ ਇਕੱਠੇ ਹੋ ਕੇ ਕਰਦੀਆਂ, FSO ਹੋਣ ਜਾਂ ਕਾਉਂਸਲਾਂ ਹੋਣ, ਤੁਸੀਂ ਉਹਨਾਂ 'ਚ ਮੋਹਰੇ ਕੰਮ ਕਰਦੇ ਹੋ, ਔਰ ਕਈ ਤੁਹਾਡੇ ਕਰੀਬੀ ਚਾਹੇ ਦੂਸਰੇ ਧੜਿਆਂ ਦੇ ਹੋਣ, ਪਰ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਹੀ 2009 'ਚ ਇਹ ਅਹਿਦ ਲਿਆ ਸੀ ਕਿ ਜੋ ਕੁਛ ਬਾਦਲਾਂ ਨੇ ਕੀਤਾ ਹੈ, ਇਹਦੀ ਸਜ਼ਾ ਵਜੋਂ ਇਹਨਾਂ ਦੇ ਬੰਦਿਆਂ ਨੂੰ ਇੱਥੇ ਵੜਨ ਨਹੀਂ ਦਿੱਤਾ ਜਾਏਗਾ। ਫਿਰ ਤੁਹਾਡੇ ਹਮਖਿਆਲੀ, ਤੁਹਾਡੇ ਦੋਸਤਾਂ ਦੇ ਵਿਚਾਰ ਕਿਉਂ ਬਦਲ ਗਏ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਇੱਕ ਪੰਜਾਬੀ ਦੀ ਕਹਾਵਤ ਆ ਕਿ ਵੀ ਆਪੇ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ। ਜਿਹੜੀ ਇੱਕ ਹੋਰ ਹੈਗੀ, ਕਹਾਵਤਾਂ ਤਾਂ ਬਹੁਤ ਹੈਗੀਆਂ, ਪਹਿਲਾ ਲਫ਼ਜ਼ ਨਹੀਂ ਬੋਲਾਂਗਾ ਕਿ ਮੈਂ ਗਾਂ ਕਹਾਂਗਾ ਕਿ ਵੀ ਢੋਲੀ ਤੇ ਇੱਕੋ ਬੋਲੀ। ਪਹਿਲਾ ਇੱਕ ਲਫ਼ਜ਼ ਹੈਗਾ, ਮੈਂ TV ਤੇ ਨਹੀਂ ਉਹ ਬੋਲਣਾ। ਜਿਨ੍ਹਾਂ ਨੇ 2009 ਚ ਇਹ ਲਿਆ ਸੀ ਨਾ ਇਹਦਾ, ਅੱਜ ਉਹੀ ਬੇਨਤੀਆਂ ਕਰ ਰਹੇ ਆ। ਕਿੱਡੀ ਲਾਹਨਤ ਆ। ਨਹੀਂ, ਤੁਸੀਂ ਵੀ ਸਾਰਿਆਂ ਨੇ ਲਿਆ ਸੀ, ਤੁਸੀਂ ਨਹੀਂ ਕਰ ਰਹੇ, ਕੁਛ ਕਰ ਰਹੇ ਨੇ ਜਿਹੜੇ ਕਰ ਰਹੇ, ਮੈਂ ਉਹਨਾਂ ਨੂੰ ਕਹਿ ਰਿਹਾ, ਜੇ ਮੈਂ ਵੀ ਕਰ ਰਿਹਾ ਤਾਂ ਫਿਰ ਮੈਂ ਵੀ ਵਿੱਚ ਆ। ਮੈਂ ਕਹਿੰਦਾ ਕਿ ਵੀ ਸਿੱਖਾਂ ਨੇ ਇੱਕ ਭੰਬਲ ਭੂਸੇ 'ਚ ਫਸ ਗਏ ਕਿ ਇਹਨਾਂ ਨੇ ਇੱਕ ਗੁਲਾਮੀ ਜਿਹੜੀ ਆ ਨਾ ਉਹ ਮੰਨ ਲਈ ਆ। ਜਿਹੜੇ ਬਾਹਲੇ ਆਜ਼ਾਦੀ ਦੀਆਂ ਗੱਲਾਂ ਕਰਨ ਵਾਲੇ ਵੀ ਸੀ ਨਾ, ਤੇ ਜਾਂ ਪੰਜਾਬ 'ਚੋਂ ਆ ਕੇ ਤੇ ਇੱਥੇ ਖਾਲਿਸਤਾਨ ਬਣਾਉਣ ਲਈ ਆਏ ਸੀਗੇ ਨਾ, ਜਾਂ ਘਰੋਂ ਆਜ਼ਾਦੀ ਲੈਣ ਲਈ ਖਾਲਿਸਤਾਨ ਦੇ, ਉਹਨਾਂ ਨੇ ਵੀ ਉਹ ਮੰਨ ਲਈ ਆ। ਆਪਾਂ ਉਹ ਗੱਲ ਤੇ ਆਈਏ ਕਿ ਵੀ ਜਿਹੜੀ ਗੱਲ ਦੇ ਜਿਹੜਾ ਰਣਬੀਰ ਸਿੰਘ ਖਟੜਾ ਜੀ, ਉਹਨੇ ਬਾਕੀ ਤਾਂ ਗੱਲਾਂ ਕਰ ਦਿੱਤੀਆਂ, ਉਹ ਇਹ ਵੀ ਉਹਦੇ ਲਫ਼ਜ਼ ਸੁਣਿਓ ਤੁਸੀਂ। ਉਹਨੇ ਇੱਕ ਲਫ਼ਜ਼ ਬੋਲੇ ਜਿਹੜੇ ਕਿ ਠੀਕ ਹੈ, ਉੱਦਾਂ ਪਿੰਡਾਂ 'ਚ ਕਹਿ ਹੋ ਜਾਂਦਾ, ਐਡੀ ਵੱਡੀ ਗੱਲ ਨਹੀਂ। ਮੈਂ ਵੀ ਜੱਟ ਪਰਿਵਾਰ ਚੋਂ ਤਖੜੇ ਚੋਂ ਹੈਗਾ, ਜਿੱਦਾਂ ਕੋਈ ਧਮਕੀ ਦੀ ਇੱਕ ਤਰ੍ਹਾਂ ਦੀ ਧਮਕੀ ਵੀ ਆ ਕਿਸੇ ਨੇ ਕੀਤਾ ਨਾ, ਉਹ ਵੀ ਐ ਬਾਹਾਂ ਕਰਦਾ। ਦੂਸਰੀ ਗੱਲ ਦੇ ਵਿੱਚ ਜਿਹੜੇ ਉਹਨੂੰ ਬਾਕੀ ਤਾਂ ਸਾਰੀਆਂ ਕਰਤੀਆਂ, ਇੱਕ ਨੇਫਿਆਂ ਵਾਲੀ ਗੱਲ, ਪਰ ਉਹ ਜਿਹੜੇ ਇੱਕ ਮੁੰਡੇ ਨੇ, ਨੌਜਵਾਨ ਨੇ ਗੱਲ ਕਹੀ ਆ ਕਿ ਵੀ ਸਾਬਤ ਕਰ ਦੇ, ਜੇ ਉਹਨੇ, ਸੌਰੀ ਮੈਂ ਉਹਦੇ ਲਫ਼ਜ਼ ਦੁਹਰਾ ਰਿਹਾ, ਮੈਂ ਨਹੀਂ ਕਹਿ ਰਿਹਾ ਜੇ ਤੂੰ ਬਾਪ ਦਾ। ਜੀ 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 ਜੀ, ਦੇਖੋ ਕਿੱਡੀ ਵੱਡੀ ਚੀਜ਼ ਆ। ਇੱਕ ਉਹ IG ਰਿਹਾ ਆ, ਇੱਕ ਉਹ ਸੈੱਟ ਦਾ ਹੈਡ ਰਿਹਾ ਆ ਜੀ, ਅਕਾਲ ਤਖਤ ਤੇ ਉਹ ਬੋਲ ਰਿਹਾ, ਆਪਣੇ ਆਪ ਨੂੰ ਗੁਰਸਿੱਖ ਕਹਿ ਰਿਹਾ, ਤੇ ਉਹਨੂੰ ਇਹ ਚੈਲੰਜ ਆ ਤੇ ਫਿਰ ਉਹਨੂੰ ਸਾਬਤ ਕਰੇ। ਦੂਸਰੀ ਉਹਨੇ ਗੱਲ ਕਹੀ ਆ, ਮੈਂ ਇਹ ਚਾਹੁੰਦਾ ਕਿ ਮੈਨੂੰ ਤਿੰਨਾਂ ਦਾ ਹੀ, ਵਿੱਚੇ ਉਹ ਦੋ ਮੁੰਡੇ ਜੀ ਜਿਨ੍ਹਾਂ ਨੂੰ ਇਹ ਕਹਿ ਰਿਹਾ ਨੇਫਿਆਂ 'ਚ ਪਾ ਕੇ ਲੈ, ਵਿੱਚੇ ਇਹਦਾ ਨਾਰਕੋਟੋ ਟੈਸਟ ਜਿਹੜਾ ਹੋਣਾ ਚਾਹੀਦਾ, ਪਤਾ ਲੱਗ ਜਾਊਗਾ। ਜੇ ਚੈਲੰਜ ਆ, ਲੋਕਾਂ ਨੂੰ ਵੀ ਇਸ ਚੀਜ਼ ਦੇ ਵਿੱਚ ਹੋਣਾ ਚਾਹੀਦਾ, ਤਾਂ ਪਤਾ ਲੱਗ ਜਾਊ। ਦੂਸਰੀ ਗੱਲ ਆ ਕਿ ਵੀ ਜਿਹੜੇ ਦੋ ਨੌਜਵਾਨ ਮਾਰੇ ਗਏ ਜੀ, ਜਿਹੜੇ ਇੱਕ ਕ੍ਰਿਸ਼ਨ ਭਗਵਾਨ ਸਿੰਘ ਸੀ, ਦੂਸਰਾ ਮੁੰਡਾ ਸੀ ਬਹਿਬਲ ਕਲਾਂ, ਹਾਂਜੀ ਹਾਂਜੀ, ਔਰ ਉਹਨਾਂ ਦਾ ਤਾਂ ਨਾਂ ਹੀ ਨਹੀਂ ਇਹਦੇ ਸੱਟ ਚ ਆ ਰਿਹਾ। ਤੇ ਵਿੱਚ ਇਹ ਵੀ ਕਹਿ ਰਿਹਾ, ਮੈਨੂੰ ਜਿਹੜੀ ਮੇਰੀ ਰਿਪੋਰਟ ਆ ਉਹਦਾ ਪਤਾ, ਜਿਹੜੀ ਦੂਜੀ ਉਹਦਾ ਨਾਂ ਕਿਵੇਂ ਕੱਢਤਾ, ਕਿੱਦਾਂ ਕੱਢਤਾ, ਉਹਦਾ ਮੈਨੂੰ ਨਹੀਂ ਪਤਾ। ਤੇ ਹੁਣ ਰਹਿ ਗਏ ਅਕਾਲ ਤਖਤ ਦੇ ਜਥੇਦਾਰ ਦੀ। ਦੇਖੋ ਅਕਾਲ ਤਖਤ ਨੂੰ ਸਾਰੇ ਸਿੱਖਾਂ ਦਾ ਸਿਰ ਝੁਕਦਾ, ਬਿਲਕੁਲ, ਪਰ ਜੇਕਰ ਉੱਥੇ ਆਪਾਂ ਕਹਿੰਦੇ ਬਹੁਤ ਵੱਡੀ ਜਗ੍ਹਾ ਆ, ਵਧੀਆ ਪਵਿੱਤਰ ਆ, ਤੇ ਉੱਥੇ ਬੰਦਾ ਗਲਤ ਵੜ ਜਾਣ, ਜਾਂ ਕਿਸੇ ਦਾ ਕਠੋਪਿਆ ਆ, ਇੱਕ ਤਰ੍ਹਾਂ ਦਾ ਕਹਿ ਲਓ ਪਪਟ ਬਹਿ ਜਾਏ, ਤਾਂ ਫਿਰ ਉਹਦੀ ਉਹੋ ਜਿਹੀ ਰਾਣੀ ਸਿੱਖਾਂ ਨੂੰ ਕਰਨੀ ਆ। ਉਹਦੇ ਸਾਹਮਣੇ ਕਹਿ ਰਿਹਾ, ਤੋ ਖਟੜਾ ਇਹ ਸਿੱਧੀ ਜੀ ਕਹਿ ਰਿਹਾ, ਜਥੇਦਾਰ ਸਾਹਿਬ ਨੂੰ ਪਤਾ ਆ, ਇਹ ਗਵਾਹ ਆ, ਇਹ ਜਾਣਦੇ ਆ। ਮੈਂ ਕਿਹੜੀ ਗੱਲ ਕਹੀ ਸੀਗੀ ਨਾ ਕਿ ਵੀ ਆਪੇ ਬੱਚੇ ਜੀਣ, ਉਹਦਾ ਮਤਲਬ ਇਹ ਹੈਗਾ ਕਿ ਵੀ ਉਹਨਾਂ ਦੇ ਵਿੱਚ ਕਰਕੇ ਜੜ ਕੇ ਆਪੇ ਉਹ ਕਰ ਲਈ, ਸਭ ਕੁਝ ਕਰ ਲਈ, ਹੁਣ ਚੈਲੰਜ ਕਰਨ। ਤੇ ਜਿਹੜੀ ਬੀਬੀ ਦੀ ਗੱਲ ਆ, ਕਿਸੇ ਨੇ ਸੋਸ਼ਲ ਮੀਡੀਆ ਦੇ ਪੈਸੇ ਸੱਚ ਵੀ ਆ ਕਿ ਵੀ ਬੀਬੀ ਦੇ 1999 ਦੇ ਵਿੱਚ ਤਾਂ ਮੁੱਛਾਂ ਸੀ,
ਹੁਣ ਸਭ ਕੁਝ ਗਾਇਬ ਆ, ਆਮ ਲਿਖਦੇ ਆ, ਆਮ ਸਭ ਕੁਝ ਗਾਇਬ ਆ। ਨਹੀਂ ਲਿਖਦੇ ਸੱਚ ਆ। ਸੱਚ ਜੀ 1999 ਦੇ ਵਿੱਚ ਜਿਹੜੀ ਸੀ ਕਿ ਬੀਬੀ ਦੇ ਉੱਥੇ ਖੁਦ ਮੈਂ ਇਹ ਦੇਖਿਆ। ਆਪਾਂ ਪਰਸਨਲੀ ਨਾ ਮੈਂ ਜਾਈਏ personal ਪਰ ਨਹੀਂ, ਹਾਂਜੀ ਮੈਂ ਆਪਾਂ ਇੱਕ ਰਹਿਤ ਮਰਿਆਦਾ ਦੀ ਗੱਲ ਕਰਦੇ ਬਿਲਕੁਲ। ਜਿਹੜੀ ਪ੍ਰਧਾਨ ਆ, ਬਿਲਕੁਲ ਬਿਲਕੁਲ ਮੈਂ ਬਿਲਕੁਲ। ਪ੍ਰਧਾਨ ਦੀ ਗੱਲ ਕਰਦਾ। ਜੀ 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 ਦੂਸਰੀ ਜਿਹੜੀ ਉਹ ਕੁੜੀ ਮਾਰ ਨੜੀ ਮਾਰ ਦੀ ਗੱਲ ਆ, ਜੀ ਉਹਦੇ ਵਿੱਚ ਤਾਂ ਉਹ ਸਜ਼ਾ ਕੱਟ ਚੁੱਕੀ ਆ ਕਰਪੂਥਲੇ ਦੀ ਜੇਲ੍ਹ 'ਚ। ਮਗਰੋਂ ਨਿਕਲੇ ਕਿੰਨੇ ਇੱਕ ਦਿਨ ਸਜ਼ਾ ਕੱਟੀ, 1 ਘੰਟਾ ਕੱਢਿਆ ਤੇ 1 ਸਾਲ ਉਹ ਗੱਲ ਵੱਖਰੀ ਆ ਜੀ ਕਿ ਜੋ ਕਦੀ ਐਮਏਸੀ ਰੂਮਰ ਨਹੀਂ ਸੀ, ਉਹ ਕੋਰਟ ਨੇ ਸਜ਼ਾ ਦਿੱਤੀ ਸੀ। ਸਜ਼ਾ ਦਿੱਤੀ ਤੇ ਹੈ ਸਾਡੇ ਉਹੋ ਹੀ ਸੋ ਕਾਲਡ ਕਹ ਲੋ ਬਾਦਲ ਕੇ ਨੇ ਜੇਬ ਚੋਂ ਕੱਢ ਕੇ ਬੀਬੀ ਫੇਰ ਕਰਕੇ ਉਹਨਾਂ ਨੂੰ ਚਮਚਾ ਜਾਂ ਚਮਚੀ ਚਾਹੀਦੇ ਆ। ਜੀ 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 ਇਸ ਕਰਕੇ ਜਿਹੜੇ ਜਥੇਦਾਰ ਸਾਹਿਬ ਹੈਗੇ ਆ ਉਹਨਾਂ ਨੂੰ ਇਹ ਕਹਿੰਦੇ ਆ ਕਿ ਵੀ ਤੁਸੀਂ PhD ਕੀਤੀ ਆ, ਤੁਸੀਂ ਅਕਾਲ ਤਖਤ ਦੇ ਕਿਨ ਵੀ ਬਣਾਇਆ, ਬਸਾਈਡ ਦਾ ਪੁਆਇੰਟ ਜੀ ਤੁਸੀਂ ਇਹ ਤਾਂ ਦੇਖੋ ਵੀ ਰਹਿਤ ਮਰਿਆਦਾ ਭੰਗ ਹੋਈ ਕਿ ਨਹੀਂ ਹੋਈ, ਔਰ ਜਿਹੜਾ ਬੰਦਾ ਉੱਥੇ ਬੈਠ ਕੇ ਝੂਠ ਬੋਲ ਰਿਹਾ ਆ ਉਹਦੀ ਜੀ। ਕੀ ਸਜ਼ਾ, ਜਾਂ ਜਿਸ ਬੰਦੇ ਨੂੰ ਜਿਹੜੇ ਬੰਦਿਆਂ ਨੇ ਮਾਫੀ ਦਿੱਤੀ ਆ ਤੇ ਜਿਨ੍ਹਾਂ ਨੇ ਦਵਾਈ ਆ ਉਹਨਾਂ ਨੂੰ ਕੀ ਸਜ਼ਾ, ਕੁਐਸਚਨ ਆ। ਪਰ ਇੱਕ ਮੈਂ ਹੋਰ ਕਹਿੰਦਾ ਜਾਵਾਂ ਕਿ ਮੈਨੂੰ ਪਤਾ ਲੱਗਾ ਕਿ ਵੀ ਜਥੇਦਾਰ ਨੇ ਯਾਨੀ ਹਰਪ੍ਰੀਤ ਸਿੰਘ ਨੇ ਵਿਦੇਸ਼ਾਂ ਚ ਆਉਣਾ, ਕਿਉਂਕਿ ਹੁਣ ਉਹ ਇਲੈਕਸ਼ਨ ਦਾ ਬੁਖਾਰ ਚੜਿਆ ਨਾ ਉਹ ਲਈ। ਤੇ ਇਹ ਆ ਜਿੰਦੀ ਜ਼ਮੀਰ ਵਾਲੇ ਸਿੱਖ ਜਿਹੜੇ ਆ ਨਾ ਉਹ ਸੋਚਣਗੇ। ਬਹੁਤ ਬਹੁਤ ਧੰਨਵਾਦ। ਮੈਂ ਭਾਈ ਮਨਪ੍ਰੀਤ ਜੋਗਾ ਸਿੰਘ ਸਿੰਘ ਜੀ ਤੁਹਾਡੇ ਹਾਂਜੀ। ਸਵਾਲ ਪੁੱਛਣ ਤੋਂ ਪਹਿਲਾਂ ਜਿਹੜੀ ਖੱਟੜੇ ਹੁਣੀ ਸਪੀਚ ਕੀਤੀ ਹੈ ਨਾ, ਜੀ ਮੈਂ ਆਪਣੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਪਰਸਨਲ ਕਿਸੇ ਬਾਰੇ ਇਦਾਂ ਦੀ ਗੱਲ ਨਾ ਕਰੀਏ ਜਿਹੜੀ ਲੋਕਾਂ ਨੂੰ ਸੁਣਨ ਵਾਲਿਆਂ ਨੂੰ ਵੀ ਬੁਰੀ ਲੱਗੇ। ਆਪਾਂ ਬਿਲਕੁਲ, ਫੈਕਟਸ ਹਾਂਜੀ, ਗੱਲ ਕਰੀਏ ਬਿਲਕੁਲ। ਜਿਹਦੇ ਨਾਲ ਆਪਾਂ ਆਪਣੇ ਨਾ ਸਬੂਤ ਸਾਹਮਣੇ ਰੱਖ ਸਕੀਏ। ਇਹਨੇ ਆਪਣੀ ਉਦੋਂ ਟੋਕ ਦੇ ਵਿੱਚ ਆਪਣੀ ਸਪੀਚ ਦੇ ਵਿੱਚ ਕਿਹਾ ਵੀ ਉਹਨੇ ਨਾਰਕੋਟਿਕ ਟੈਸਟ ਤੋਂ ਨਾ ਕਰ ਦਿੱਤੀ। ਕਿੰਨੇ ਨਾ ਕਰਦੇ ਰੁਪਿੰਦਰ ਨੇ ਰੁਪਿੰਦਰ ਉਹ ਕੋਰਟ 'ਚ ਜਾ ਕੇ ਹਾਂ ਜਾਂ ਨਾ ਹੁੰਦੀ ਆ, ਪੁਲਿਸ ਸਟੇਸ਼ਨ ਨਹੀਂ ਹੁੰਦੀ। ਦੂਸਰੀ ਗੱਲ ਇੱਕ ਨੋਟ ਕਰ ਲੈਣ ਸੁਣਨੇ ਵਾਲੇ ਜੀ। ਦੂਸਰੀ ਗੱਲ ਜਿਹੜਾ ਉੱਥੇ ਇਸ਼ਤਿਹਾਰ ਲੱਗਾ ਸੀ ਉਹਦੀ ਲਿਖਾਈ ਟੈਸਟ ਨਹੀਂ ਕਰਵਾਈ। ਤੀਸਰੀ ਗੱਲ ਆਪਣੀ ਸਪੀਚ ਉਹ ਕਹਿ ਰਿਹਾ ਵੀ ਗੁਰਦੁਆਰੇ ਦੇ ਮੂਹਰੇ ਦੁਕਾਨ ਵਾਲਾ ਸੀ, ਜਦੋਂ ਗ੍ਰੰਥੀ ਸਾਹਿਬਾਨ ਗੁਰਦੁਆਰੇ ਚਲੇ ਗਏ ਉਹਨੇ ਫੋਨ ਕਰਤਾ ਚਲੇ ਗਿਆ ਤਾਂ ਹੁਣ ਆ ਜਾ ਉਹਨੂੰ ਬੇਅਦਬੀ ਕਰਤੀ, ਉਹਨੂੰ ਅਰੈਸਟ ਕਰਕੇ ਉਹਦੀ ਪੁੱਛ ਪੜਤਾਲ ਨਹੀਂ ਹੋਈ। ਬਿੱਟੂ ਜਿਹੜਾ ਬੰਦਾ ਫੜਿਆ ਗਿਆ ਜਿਹਨੇ ਆਪਣੀ ਸਟੇਟਮੈਂਟ 'ਚ ਕਿਹਾ ਵੀ ਸਾਨੂੰ ਪਿਤਾ ਜੀ ਨੇ ਕਿਹਾ, ਮਤਲਬ ਕਿ ਉਹਦੇ ਡੇਰਾ ਮੁਖੀ ਨੇ ਕਿਹਾ, ਉਹ ਇਹਦੀ 40 ਮੈਂਬਰੀ ਦਾ ਪਹਿਲੇ ਨੰਬਰ ਦਾ ਮੁਖੀ ਸੀ। ਉਹ ਕਹਿ ਰਿਹਾ ਵੀ ਸਾਨੂੰ ਉਹਨੇ ਕਿਹਾ, ਉਹਦੇ ਆਧਾਰ ਤੇ ਵੀ FIR ਰਾਮ ਰਹੀਮ ਨੂੰ ਪੁੱਛ ਪੜਤਾਲ ਲਈ ਫੜਿਆ ਨਹੀਂ ਗਿਆ। ਉਹਦਾ ਰਿਮਾਂਡ ਲੈ ਕੇ ਉਹਨੂੰ ਪੁੱਛਿਆ ਨਹੀਂ ਗਿਆ। ਜੀ ਜੀ। ਜਦੋਂ ਖੱਟੜੇ ਨੇ ਰਿਪੋਰਟ ਪੇਸ਼ ਕੀਤੀ ਹੈ ਨਾ, ਉੱਥੇ ਸੁਖਬੀਰ ਸਿੰਘ ਬਾਦਲ ਵੀ ਬੈਠੇ ਸੀ। ਉਦੋਂ ਇਸ ਗੱਲੋਂ ਖੁਸ਼ ਸੀਗਾ ਵੀ ਫੈਸਲਾ ਹੋ ਗਿਆ, ਇਹ ਗੱਲ ਮੁੱਕ ਗਈ, ਇਹਨਾਂ ਨੌਜਵਾਨਾਂ ਨੇ ਬੇਅਦਬੀ ਕੀਤੀ ਆ। ਸੌਦਾ ਸਾਧ ਦੇ ਕਿਸੇ ਬੰਦੇ ਨੂੰ ਰਿਮਾਂਡ ਤੇ ਲੈ ਕੇ ਪੁਲਿਸ ਪੜਤਾਲ ਕੀਤੀ ਸਿਰਫ ਇਲੈਕਸ਼ਨ ਚ ਲਾਹਾ ਲੈਣ ਲਈ। ਆ ਜਿਹੜੇ ਮੈਂ ਸਬੂਤ ਦੇ ਰਿਹਾ। ਦੂਸਰੀ ਗੱਲ ਜਿਹੜੇ ਮੈਂ ਨਾਂ ਲਿਖੇ ਨਰੈਣ ਸਿੰਘ ਦੇ ਚਾਚੇ ਦਾ ਮੁੰਡਾ, ਇੱਕ ਦਾ ਨਾਮ ਮੱਖਣ ਸੀ, ਇੱਕ ਦਾ ਨਾਮ ਸੁਖਵਿੰਦਰ ਸਿੰਘ, ਬਲਵੀਰ ਸਿੰਘ ਦੇ ਲੜਕੇ ਸੰਧੂ ਦੇ ਲੜਕੇ ਦਾ ਨਾਮ ਵੀ ਸੁਖਵਿੰਦਰ ਸਿੰਘ ਸੀ। ਇਹਨਾਂ ਬੰਦਿਆਂ ਦੇ ਮੇਰੇ ਕੋਲ ਫੋਨ ਆ, ਸੁਣਨੇ ਵਾਲਾ ਕੋਈ ਫੋਨ ਕਰਕੇ ਉਹਨਾਂ ਨੂੰ ਪੁੱਛ ਸਕਦਾ, ਉਹਨਾਂ ਨਾਲ ਗੱਲ ਕਰੋ, ਮੈਂ ਕਰਾਉਣਾ ਗੱਲ, ਜਾਂ ਮੈਨੂੰ ਬਾਹਰ ਮਿਲ ਲੈਣ, ਬਾਅਦ ਚ ਪ੍ਰੋਗਰਾਮ ਤੋਂ ਮਿਲ ਲੈਣ। ਜੇ ਇਦਾਂ ਦੇ ਬੰਦਿਆਂ ਨੂੰ ਸਨਮਾਨ ਦੇਣਾ। ਸਰ ਦੂਸਰੀ ਗੱਲ, ਲੋਕ ਕਹਿੰਦੇ ਖਰ ਅਸੀਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਆ ਜਾਂ ਅਸੀਂ ਅਕਾਲ ਤਖਤ ਅਸੀਂ ਅਕਾਲ ਤਖਤ ਤੋਂ ਸਮਰਪਿਤ ਆ। ਜਿਹੜੇ ਉੱਥੇ ਬੈਠੇ ਸੀ ਉਦਣਾ ਨਾ, ਉਹਨਾਂ ਚ ਇੱਕ ਦੋ ਤੋਂ ਬਿਨਾਂ ਅਕਾਲ ਤਖਤ ਦੀ ਮਰਜ਼ਾਦਾ ਕੋਈ ਨਹੀਂ ਮੰਨਦਾ। ਅਸੀਂ ਸਾਡੇ ਆਪਣੇ ਜਿੰਨੇ ਸਥਾਨ ਉੱਥੇ ਅਕਾਲ ਤਖਤ ਦੀ ਮਰਜ਼ਾਦਾ ਕਾਇਮ ਆ ਜੀ। ਅਸੀਂ ਸ਼੍ਰੋਮਣੀ ਕਮੇਟੀ ਚ ਨੇ ਪਾਰਦਰਸ਼ੀ ਹੋਵੇ, ਉਹ ਕੁਰਬਾਨੀ ਚੋਂ ਨਿਕਲੇ, ਅਸੀਂ ਸ਼੍ਰੋਮਣੀ ਕਮੇਟੀ ਦੇ ਬਿਲਕੁਲ ਖਿਲਾਫ ਨਹੀਂ। ਅਸੀਂ ਅਕਾਲ ਤਖਤ ਤੋਂ ਸਮਰਪਿਤ ਆ। ਅਕਾਲ ਤਖਤ ਤੇ ਹਮਲਾ ਹੋਣ ਕਰਕੇ ਅਸੀਂ 84 ਤੋਂ 37 ਸਾਲ ਦੇ ਜਲਵਤਨੀ ਹੋਏ ਬੈਠੇ ਆ। ਇਹਦਾ ਮਤਲਬ ਨਹੀਂ ਕਿ ਅਸੀਂ ਅਕਾਲ ਤਖਤ ਨੂੰ ਸਮਰਪਿਤ ਨਹੀਂ। ਅਕਾਲ ਤਖਤ ਨੂੰ ਸਮਰਪਿਤ ਹੱਥ ਖੜੇ ਕਰਨ ਵਾਲੇ ਨਹੀਂ, ਹੱਥਕਾਰ ਜਿਹੜੇ ਬਾਹਰ ਬਹਿ ਕੇ 37 40 ਸਾਲ ਤੋਂ ਲੜਾਈ ਲੜ ਰਹੇ ਆ। ਦੂਜੀ ਗੱਲ, ਜਿਹੜੇ ਮੇਰੇ ਵੀਰ ਜਿਨ੍ਹਾਂ ਨਾਲ ਅਸੀਂ ਵਿਚਰਦੇ ਆ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਸੋਚ ਲਓ, ਜਾਂ ਤਾਂ ਉਹਨਾਂ ਨਾਲ ਚੱਲਣਾ ਜਾਂ ਸਾਡੇ ਨਾਲ ਚੱਲਣਾ। ਜਿਹੜਾ ਵੀ ਪੰਥ ਦੁਖੀਆਂ ਦੇ ਨਾਲ ਖੜਾ ਹੋਵੇਗਾ, ਸਾਡਾ ਉਹਦੇ ਨਾਲ ਸਹਿਯੋਗ ਨਹੀਂ ਹੋ ਸਕਦਾ, ਪਰ ਸਾਡੀ ਦੁਸ਼ਮਣੀ ਕਿਸੇ ਨਾਲ ਨਹੀਂ। ਤਾਂ ਅਸੀਂ ਆਪਣਾ ਕੰਮ ਕਰਾਂਗੇ, ਉਹ ਆਪਣਾ ਕਰਨ। ਪਰ ਜੇ ਉਹਨਾਂ ਨੂੰ ਸਨਮਾਨ ਕਰਨਾ, ਪਿਛਲੀ ਵਾਰੀ ਦੌੜ ਲੱਗ ਗਈ, ਅਸੀਂ ਸਨਮਾਨ ਕਰਨਾ, ਅਸੀਂ ਸੱਦਣਾ, ਸਾਨੂੰ ਐਵੇਂ ਇੱਕ ਵਿਲਨ ਜਿਹਾ ਬਣਾਤਾ, ਇਹ ਵਿਰੋਧ ਕਰਦੇ। ਅਸੀਂ ਅਕਾਲ ਤਖਤ ਦੇ ਸਤਿਕਾਰ ਨੂੰ ਚੁੱਪ ਰਹੇ ਹਾਂ। ਪਰ ਜੇ ਇਦਾਂ ਦੇ ਪੁਲਿਸ ਵਾਲਿਆਂ ਨੂੰ ਬੁਲਾਉਣਾ ਉੱਥੇ, ਤਾਂ ਬੇਅਦਬੀ ਦੋ ਸਿੱਖਾਂ ਸਿਰ ਲਾਉਣੇ ਆ। ਇਹ ਸਾਰੇ ਸੁਣਨ ਵਾਲੇ ਵੀ
ਦੇਖਣ ਵਾਲੇ ਵੀ ਆਪਣਾ ਮਾਈਂਡ ਬਣਾ ਲਓ ਬਿਲਕੁਲ ਵਿੱਚ ਇਦਾਂ ਦੇ ਬੰਦੇ ਇੱਥੇ ਆਏ ਆ, ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਨੇ ਆ। ਜੇ ਤੁਸੀਂ ਸਾਡੇ ਨਾਲ ਸਹਿਮਤ ਸਾਡੇ ਵੱਲ ਖੜੋ, ਜੇ ਨਹੀਂ ਸਹਿਮਤ ਦੂਜੇ ਪਾਸੇ ਖੜੋ। ਬਿਲਕੁਲ ਸਪਸ਼ਟ ਇਹ ਹੈ। ਹੁਣ ਇੱਥੇ ਹੁਣ ਭੈਣ ਜੀ ਨਾਲ ਕੰਮ ਨਹੀਂ ਚੱਲਣਾ। ਉਹ ਵਿਦੇਸ਼ਾਂ 'ਚ ਆਪਣੀ ਕੋਈ ਕਮੇਟੀ ਬਣਾਉਣਾ ਚਾਹੁੰਦੇ, ਨਵੇਂ ਬਣੇ ਸਿੱਖ ਆਗੂ ਉਹਨਾਂ ਨੂੰ ਬੇਨਤੀਆਂ ਕਰੀ ਜਾਂਦੇ ਆ। ਸਾਡੀ ਸਤਿਕਾਰ ਕਮੇਟੀ ਵੀ ਉਹਨਾਂ ਨੂੰ ਬੇਨਤੀਆਂ ਕਰੀ ਜਾਂਦੀ। ਉਹ ਕਹਿੰਦੇ ਆ ਬੇਵਕੂਫ ਆ ਉਹਨਾਂ ਨੂੰ ਸਤਿਕਾਰ ਕਹਿਣਾ। ਬੀਬੀ ਦੇ ਹਾਈ ਕੋਰਟ ਬੀਬੀ ਜਗੀਰ ਕੌਰ ਕਹਿ ਰਹੀ ਹੈ, ਉਹ ਰਿਕਾਰਡਿੰਗ ਆ ਮੇਰੇ ਕੋਲ। ਉਹ ਕਹਿੰਦੀ ਬੇਅਦਬੀ ਇਹਨਾਂ ਨੇ ਕਰਾਈ ਆ। ਉਹ ਜਿਹੜੇ ਸਿੱਖ ਪ੍ਰਚਾਰਕ ਉੱਥੇ ਮੁਜ਼ਾਹਰਾ ਕਰਦੇ ਸੀ, ਰੋਸ ਪ੍ਰਗਟ ਕਰਦੇ, ਉਹਨਾਂ ਤੇ 307 ਲਾਤੀ। ਉਹ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪੁੱਛ ਪੜਤਾਲ ਵੀ ਨਹੀਂ ਹੋਈ। ਜੇ ਅਜੇ ਵੀ 80 ਅੱਖਾਂ ਮੀਟ ਕੇ ਉਹਨਾਂ ਦੇ ਗਲਾਂ 'ਚ ਹਾਰ ਪਾਉਣੇ ਆ, ਫਿਰ ਤਾਂ ਲਾਹਨਤ ਆ। ਮੈਂ ਸਾਰਿਆਂ ਨੂੰ ਜਾਗਣ ਦੀ ਅਪੀਲ ਕਰਦਾ, ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਅਪੀਲ ਕਰਦਾ, ਇਦਾਂ ਦੇ ਬੰਦਿਆਂ ਨੂੰ ਗੁਰਦੁਆਰਿਆਂ 'ਚ ਸਨਮਾਨ ਨਾ ਦੇਵੋ, ਇਦਾਂ ਦੇ ਬੰਦਿਆਂ ਨੂੰ ਬਦਰੰਗ ਮੋੜੋ। ਜੇ ਸੱਦਣੇ ਤਾਂ ਪਬਲਿਕ ਸੱਦੋ, ਫਿਰ ਸਾਰੇ ਜਿੱਥੇ ਖੁੱਲੇ ਸਵਾਲ ਜਵਾਬ ਕੀਤੇ ਜਾ ਸਕਣ। ਬਿਲਕੁਲ ਬਿਲਕੁਲ ਇਹੀ ਬੋਡੀਗਾਰਡ ਨਾਲ ਰੱਖਣ, ਕੋਈ ਉਹਨਾਂ ਨੂੰ ਸਵਾਲ ਜਵਾਬ ਨਾ ਕਰੇ। ਜਦੋਂ ਇੱਥੇ ਪਿਛਲੀ ਵਾਰੀ ਆਏ ਕੁਝ ਵੀਰਾਂ ਨੇ ਸਵਾਲ ਕੀਤੇ, ਉਹਨਾਂ ਨੂੰ ਬਾਕੀ ਬੰਦੇ ਪੈ ਰਹੇ ਸੀ, ਤੁਸੀਂ ਕਿਉਂ ਸਵਾਲ ਕਰਦੇ ਆ? ਬਿਲਕੁਲ ਜਾਨੀ ਜਿਹੜੇ ਬੰਦਿਆਂ ਨੇ ਇੰਡੀਆ ਜਾ ਕੇ ਨਾ ਆਦਰ ਮਾਣ ਲੈਣਾ, ਉਹਨਾਂ ਨਾਲ ਚਾਹ ਪੀਣੀ ਆ, ਕਿਸੇ ਕੋ ਪ੍ਰਚਾਰਕ ਆ, ਕੋਈ ਕੀਰਤਨੀਆ ਜਾਂ ਕੋਈ ਸਿਆਸੀ ਆਗੂ ਆ, ਉਹਨਾਂ ਨੂੰ ਲੋੜ ਹੋਊਗੀ ਚਾਪਲੂਸੀ ਦੀ। ਅਸੀਂ ਨਾ ਵੋਟਾਂ ਲੜਨੀਆਂ, ਨਾ ਬਾਦਲ ਕੋ ਸਾਡਾ ਨਿੱਜੀ ਦੁਸ਼ਮਣ ਆ, ਨਾ ਬੀਬੀ ਜਗੀਰ ਕੌਰ ਨਾਲ ਕੋਈ ਦੁਸ਼ਮਣੀ ਆ। ਜੇ ਉਹ ਚੰਗਾ ਪ੍ਰਬੰਧ ਦਿੰਦੇ, ਅਸੀਂ ਬਿਲਕੁਲ ਨਹੀਂ ਉਹਨਾਂ ਦੀ ਵਿਰੋਧਤਾ ਕਰਾਂਗੇ। ਉਹਨਾਂ ਨੇ ਬੇੜਾ ਬਿਠਾ ਲਿਆ, ਜੇ ਉਹਦੀ ਵਿਰੋਧਤਾ ਨਹੀਂ ਕਰਾਂਗੇ ਤਾਂ ਗੁਰੂ ਵੱਲੋਂ ਵੀ ਬੇਮੁਖ ਹੋਵਾਂਗੇ। ਨਹੀਂ ਮੰਨਦੇ ਜੀ, ਇੱਕ ਗੱਲ ਦੇਖੋ, ਇੱਥੇ ਮਾੜੀ ਜੀ ਗੱਲ ਕਿਸੇ ਦੇ ਲੀਡਰ ਤੋਂ ਹੋ ਜਾਂਦੀ ਆ, ਜੋ ਕੁਝ ਵੀ ਅਸੀਂ ਕੋਈ ਵਿਚਰਦੇ ਆ ਜੀ, ਮਾੜੀ ਜੀ ਗੱਲ ਹੋ ਜਾਂਦੀ ਨਾ, ਮਾਰੋ ਦੇ ਖਿਲਾਫ ਚੱਕ ਲੈਂਦੇ ਆ ਛੋੜਾ। ਉਹ ਜਾਣੀ ਉਹ ਇਹ ਵੀ ਕਹੇ ਮੇਰੀ ਮਿਸਟੇਕ ਹੋ ਗਈ ਆ, ਉਹਨੂੰ ਮਾਫ ਕਰਨ ਨੂੰ ਤਿਆਰ ਨਹੀਂ ਹੈਗੇ। ਪੰਥ ਦੁਖੀ ਹੋ ਜਾਂਦਾ, ਉਹ ਪੰਥ ਦੁਖੀ ਹੋ ਜਾਂਦਾ। ਲੇਕਿਨ ਜਿਨ੍ਹਾਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਬੇਰੁਮਤੀ ਹੋਈ ਆ, ਬਿਲਕੁਲ, ਜਿਨ੍ਹਾਂ ਨੂੰ ਕਿਹਾ ਗਿਆ ਬੁਰਜ ਜਵਾਹਰ ਸਿੰਘ ਵਾਲੇ ਤੋਂ ਅਸੀਂ ਤੁਹਾਡਾ ਗੁਰੂ ਚੱਕ ਲਿਆ, 2015 ਦੇ ਵਿੱਚ ਕੀ ਆ ਗਿਆ ਵੀ ਅਸੀਂ ਲੈ ਚੱਲੇ, ਤੁਹਾਡੇ ਚ ਹਿੰਮਤ ਤਾਂ ਲੱਭ ਲਓ। ਵਾਹਿਗੁਰੂ। ਔਰ ਉਸ ਵੇਲੇ ਸਰਕਾਰ ਸਾਡੀ ਹੋਵੇ ਪੰਥਕ। ਮੈਂ ਉਹਨਾਂ ਪੰਥ ਵਾਲਿਆਂ ਨੂੰ ਇਹੀ ਪੁੱਛਣਾ ਚਾਹੁੰਦਾ ਵੀ ਤੁਹਾਡੀ ਪੰਥ ਤੁਹਾਡੇ ਕੋਲ ਕੀ ਨਾ ਸੀ? ਜਿਹੜੇ ਬੰਦੇ ਨੇ ਕੋਈ ਮਾੜਾ ਜਿਹਾ ਕਸੂਰ ਵੀ ਨਹੀਂ ਕੀਤਾ ਹੁੰਦਾ, ਪੁਲਿਸ ਉਹਨੂੰ ਢਾਹ ਕੇ ਉਹਦਾ ਕੁੱਟ-ਕੁੱਟ ਕੇ ਚੰਬ ਲਾਂਦੀ ਆ। ਬਿਲਕੁਲ ਬਿਲਕੁਲ, ਬਗੈਰ ਕਿਸੇ ਗੱਲੋਂ ਹੀ ਜੀ। ਅਖਲ ਡਾਕਟਰ ਨੇ ਕਿਹਾ ਸੀ ਮੁੰਡੇ ਨੂੰ, ਜਿਹਨੂੰ ਉਹਨੂੰ ਕੁੱਟ ਵੀਰਵਿੰਦਰ ਨੂੰ ਨਾ, ਬਿਲਕੁਲ ਹਾਂਜੀ, ਕਹਿੰਦਾ ਉਹਨੂੰ ਅਸੀਂ ਵਿਚਾਰੇ ਨੂੰ ਕੁੱਟ ਬਾਅਦ ਅੱਜ ਬੋਲਦੇ ਨੇ ਕਿਹਾ ਵੀ ਉਹਨੂੰ ਅਸੀਂ ਐਵੇਂ ਕੁੱਟਦੇ, ਸਾਨੂੰ ਗਲਤ ਹੋ ਗਿਆ ਸਾਡੇ ਕੋਲੋਂ, ਰਾਈਟ। ਪਰ ਉਹ ਮਾਨਸੋ ਤੁਸੀਂ ਜਦੋਂ ਉਹਨਾਂ ਨੇ ਜਿਨ ਬੁਰਜ ਜਵਾਹਰ ਸਿੰਘ ਵਾਲਿਆ ਤੇ ਮਹਾਰਾਜ ਚੱਕਿਆ ਜੇਸ ਪਿੰਡ ਲੈ ਕੇ ਗਏ ਸੀਗੇ, ਉਹਨੂੰ ਉਸ ਵੇਲੇ ਘੇਰਾ ਸਾਡੀ ਪੰਥ ਸਰਕਾਰ ਨੇ ਕਿਉਂ ਨਹੀਂ ਹੁਕਮ ਦਿੱਤਾ ਘੇਰਾ ਪਾਓ ਇਹਨੂੰ, ਬਿਲਕੁਲ ਲੱਭੋ ਇੱਥੋਂ। ਬਿਲਕੁਲ ਸਾਡੇ ਉਸ ਵੇਲੇ ਦੇ ਮੁੱਖ ਮੰਤਰੀ ਨੇ ਇਹ ਲਫ਼ਜ਼ ਕਹੇ ਸੀਗੇ ਵੀ ਮੈਨੂੰ ਪੰਜਾਬ 'ਚ ਮੈਨੂੰ ਕੀੜੀ ਤੁਰੀ ਜਾਂਦੀ ਦੀਦੀ ਆ, ਤੇ ਉਹਨੂੰ ਫਿਰ ਉਹ ਬੰਦੇ ਕਾਹਦੇ ਨੇ ਦਿਸੇ ਬਈ। ਮੈਂ ਗੱਲ ਬੜੀ ਕਲੀਅਰ ਜਾਣਦਾ, ਜਦੋਂ ਉਹ ਕਹਿੰਦੇ ਸਾਨੂੰ ਸਾਡੇ ਪਿਤਾ ਜੀ ਨੇ ਕਿਹਾ ਸੀਗਾ, ਉਹ ਸਾਫ਼ ਤਾਂ ਉਹ ਕਹਿੰਦੇ ਸਾਡੇ ਪਿਤਾ ਜੀ ਨੇ ਕਿਹਾ, ਅਸੀਂ ਤਾਂ ਉਹ ਗੱਲ ਕੀਤੀ, ਸਾਡੀ ਫਿਲਮ ਨਹੀਂ ਚੱਲਣ ਦਿੱਤੀ, ਅਸੀਂ ਤਾਂ ਇਹ ਕੰਮ ਕੀਤਾ ਹੈਗਾ। ਜਦੋਂ ਉਹ ਐਡਮਿਟ ਕਰ ਰਹੇ ਆ ਸਭ ਕੁਝ ਹੋਇਆ, ਤੇ ਇਹਨਾਂ ਲੋਕਾਂ ਨੇ ਫਿਰ ਅੱਜ ਮੈਂ ਆਪਣੇ ਭਰਾਵਾਂ ਨੂੰ ਇੱਥੇ ਵੀ ਸਾਰਿਆਂ ਨੂੰ ਬੇਨਤੀ ਕਰਾਂਗਾ, ਜਿਹੜਾ ਸਪਾਈਸ ਜੋਗਾ ਮੈਂ ਇਹਨਾਂ ਨਾਲ ਸਹਿਮਤ ਆ ਜੀ 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 ਜੀ, ਇਹ ਗੱਲ ਬੜੀ ਪੱਧਰੀ ਆ ਵੀ ਅਸੀਂ ਸਾਡੀ ਤਾਂ ਉਮਰ ਲੱਗੀ ਹੋਈ ਆ, ਸਾਰੀ ਉਮਰ ਅਸੀਂ ਆਪਣੀ ਜਿਹੜੇ ਸਟੈਂਡ ਤੇ ਲਗਾਈ ਹੈਗੀ ਆ, ਪਰਵਾਹ ਨਹੀਂ ਕੀਤੀ ਹੈਗੀ ਜੀ। ਔਰ ਜਿੰਨੀ ਕੁ ਹੁਣ ਹੁੰਦੀ ਹੈ, ਚਾਹੇ ਸਾਡੀ ਕੱਲ ਨੂੰ ਤੁਰ ਜਾਈਏ, ਸਾਨੂੰ ਪਰਵਾਹ ਕੋਈ ਨਹੀਂ, ਅਸੀਂ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਣਾ ਹੈਗਾ ਜੀ 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 ਜੀ। ਔਰ ਅਸੀਂ ਜੇ ਇਦਾਂ ਦੇ ਬੰਦਿਆਂ ਦਾ, ਜਿਨ੍ਹਾਂ ਬੰਦਿਆਂ ਨੂੰ ਇਹਨਾਂ ਨੂੰ ਸਵਾਲ ਕਰਦੇ ਪੁੱਛੀਏ ਬਈ, ਜਿਹੜਾ ਬੰਦਾ ਗਲਤ ਕਰਦਾ ਉਹਨੂੰ ਸਵਾਲ ਕਿਹਨਾਂ ਪੁੱਛਿਆ ਜਾਵੇ। ਬਿਲਕੁਲ, ਜੇ ਉਹਨੂੰ ਸਵਾਲ ਪੁੱਛਣ ਵਾਲਾ ਜਿਹੜਾ ਬੰਦਾ ਕਹੇ ਤੁਸੀਂ ਉੱਥੇ ਲੜਾਈ ਜੋ ਮਰਜ਼ੀ ਹੋਵੇ, ਫਿਰ ਬਿਲਕੁਲ ਇਹ ਗੱਲਾਂ ਗਲਤ ਆ। ਇਹਨਾਂ ਲੋਕਾਂ ਨੂੰ ਸਾਨੂੰ ਘੱਟੋ ਘੱਟ ਅਸੀਂ ਵੈਲ ਐਜੂਕੇਟਡ ਔਰ ਜਿਹੜੇ ਡਿਵੈਲਪਡ ਕੰਟਰੀਜ਼ ਵਿੱਚ ਬੈਠੇ ਆ, ਜਿੱਥੇ ਸਾਨੂੰ ਪਤਾ ਹੋਣਾ ਚਾਹੀਦਾ ਜੀ ਵੀ ਜਾਨੀ ਸਾਨੂੰ ਸੋਝੀ ਪੂਰੀ ਹੋਣੀ ਚਾਹੀਦੀ ਆ ਵੀ ਅਸੀਂ ਉਹੀ ਗੰਦਮੰਦ ਜਿਹੜਾ ਚੱਕੀ ਫਿਰਦੇ ਉੱਥੇ ਵਾਲਾ ਉਹੀ ਗੱਲ 'ਚ ਪਾ ਕੇ ਉਹ ਸਾਨੂੰ ਜਿਹੜੇ ਸੱਚਾਈ ਤੇ ਚੱਲ ਕੇ ਸੱਚੀ ਗੱਲਾਂ ਕਰਨੀਆਂ ਚਾਹੀਦੀਆਂ ਹੈਗੀਆਂ। ਬਹੁਤ ਬਹੁਤ ਧੰਨਵਾਦ ਚੌਹਾਨ ਸਾਹਿਬ। ਮੈਂ ਅਟਵਾਲ ਸਾਹਿਬ ਤੁਹਾਨੂੰ ਇੱਕ ਸਵਾਲ ਪੁੱਛਣਾ, ਸੰਗੇੜਾ ਸਾਹਿਬ ਤੁਸੀਂ ਵੀ ਇਹਦੇ ਤੇ ਜ਼ਰੂਰ ਕਮੈਂਟ ਕਰਿਓ। ਟਾਈਮ ਹੀ ਹੋ ਗਿਆ। ਇਹ ਤਾਂ ਹੈਗਾ ਸੀ ਸਰੂਪਾਂ ਦੀ ਜੋ ਬੇਦਬੀ ਦਾ ਮਾਮਲਾ ਜੋ ਅੱਜ ਤੱਕ ਜਾਰੀ ਹੈ, ਕੇਵਲ ਇੱਕ ਤੇ ਬਹਿਬਲ ਕਲਾਂ 'ਚ ਹੋਈ ਨਾ, ਬਾਕੀ ਹੋਰ ਕਿੰਨੀ ਜਗ੍ਹਾ ਬੇਦਬੀ ਹੋਈ, ਉਹ ਕਿੰਨੇ ਕਰਾਈ ਹੈ, ਉਹਦੇ ਪਿੱਛੇ ਕੌਣ ਹੈ? ਜਿਸ ਤਰ੍ਹਾਂ ਚੌਹਾਨ ਸਾਹਿਬ ਕਹਿੰਦੇ ਨੇ, ਇੱਥੋਂ ਜੱਗੀ ਜੌਲ ਜਾਂਦਾ ਹੈ, ਉੱਥੇ ਲੈਂਡ ਕਰਦਾ, ਇਹਨਾਂ ਨੂੰ ਪਤਾ ਲੱਗ ਜਾਂਦਾ, ਉਹਨੂੰ ਫੜ ਲੈਂਦੇ ਨੇ। ਪਰ ਇਹਨਾਂ ਦੇ ਪੰਜਾਬ ਵਿੱਚ ਹੀ 100 ਤੋਂ ਵੱਧ ਬੇਦਬੀਆਂ ਹੋ ਚੁੱਕੀਆਂ ਨੇ, ਦੋਸ਼ੀ ਨਹੀਂ ਫੜੇ ਜਾ ਰਹੇ। ਕਿੱਥੇ ਹੈ ਇਹਨਾਂ ਦੀ ਪੁਲਿਸ?
ਇੱਥੇ ਬਹਿ ਕੇ ਉੱਥੇ ਬਹਿ ਕੇ ਬਾਹਰ ਦੇ ਸਿੱਖਾਂ ਨੂੰ ਤਾਂ ਅੱਤਵਾਦੀ ਕਹਿਣ ਨੂੰ, ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ, ਫਟਾਫਟ ਲੇਬਲ ਲਾ ਦਿੰਦੇ ਨੇ ਕਿ ਇਹ ਤੇ ਅੱਤਵਾਦੀ ਨੇ, ਇਹ ਤਾਂ ਇਹਨਾਂ ਨੂੰ ਫੜੋ, ਇਹ ਪੰਜਾਬ ਦਾ ਅਮਨ ਚੈਨ ਖਰਾਬ ਕਰ ਰਹੇ ਨੇ। ਤੇ ਜਿਨ੍ਹਾਂ ਨੇ ਸਾਡੇ ਇਸ਼ਟ ਦੀ ਬੇਦਬੀ ਕੀਤੀ ਉਹ ਅਮਨ ਚੈਨ ਪੰਜਾਬ ਦਾ ਬਰਬਾਦ ਨਹੀਂ ਕਰ ਰਹੇ। ਉਹਦੇ ਲਈ ਇੱਕ ਗੱਲ ਜ਼ਰੂਰ ਇਹ ਵੀ ਸੰਗਤਾਂ ਨੂੰ ਕਲੀਅਰ ਕਰ ਦਈਏ ਕਿ ਚਾਹੇ ਉਹ ਕਾਂਗਰਸ ਦੀ ਸਰਕਾਰ ਹੈ, ਅੱਜ ਕਾਂਗਰਸ ਦੀ ਸਰਕਾਰ ਨੂੰ ਵੀ ਹੋ ਗਏ ਨੇ 4 ਸਾਲ, ਕੁਛ ਨਹੀਂ ਕੀਤਾ ਬੇਦਬੀਆਂ ਦੇ ਮਾਮਲੇ 'ਚ, ਪਾਣੀ 'ਚ ਮਧਾਣੀ ਪਾਉਣ ਤੋਂ ਇਲਾਵਾ ਹੋਰ ਕੁਛ ਨਹੀਂ ਹੋਇਆ। ਜਿਹੇ ਜੀ ਉਹ ਸਰਕਾਰ ਹੈ ਉਹੋ ਜੀ ਅਕਾਲੀ ਦਲ ਦੀ ਸੀ, ਪਰ ਅਕਾਲੀ ਦਲ ਦੀ ਸਰਕਾਰ ਤੇ ਇੱਕ ਵੱਧ ਜ਼ਿੰਮੇਵਾਰੀ ਇਸ ਲਈ ਵੀ ਬਣਦੀ ਹੈ ਕਿਉਂਕਿ ਉਹ ਆਪਣੇ ਆਪ ਨੂੰ ਪੰਥਕ ਕਹਾਉਂਦੀ ਹੈ, ਪਹਿਲੀ ਗੱਲ। ਦੂਜੀ ਗੱਲ, SGPC ਦੇ ਵਿੱਚ 90% ਸੀਟਾਂ ਉਹ ਅਕਾਲੀ ਦਲ ਤੇ ਸੰਤ ਸਮਾਜ ਦੇ ਗੱਠਜੋੜ ਕੋਲ ਨੇ। ਸੋ ਜਿਹੜੀ ਧਾਰਮਿਕ ਕਮਾਨ ਹੈ ਉਹ ਵੀ ਉਹਨਾਂ ਦੇ ਕੋਲ ਹੈ। ਹਾਲਾਂਕਿ 2013 ਦੇ ਵਿੱਚ ਉਹ ਜਿਹੜਾ ਹਾਊਸ ਚੁਣਿਆ ਗਿਆ ਉਹਨੂੰ ਐਕਸਟੈਂਸ਼ਨ ਮਿਲੀ ਹੋਈ ਹੈ। ਹੈਰਤ ਅੰਗੇਜ਼ ਗੱਲ ਇਹ ਵੀ ਹੈ ਵੀ ਜਿਹੜੀ ਇਲੈਕਸ਼ਨ 5 ਸਾਲਾਂ 'ਚ ਹੋਣੀ ਚਾਹੀਦੀ ਸੀ ਉਹ ਅੱਜ ਤੱਕ 2021 ਤੱਕ ਨਹੀਂ ਹੋਈ, ਨਹੀਂ ਤੇ 2015 ਦੀ ਬੇਦਬੀ ਤੋਂ ਬਾਅਦ ਕੋਈ ਚਾਂਸ ਨਹੀਂ ਸੀ ਕਿ ਬਾਦਲਾਂ ਦਾ ਇੱਕ ਵੀ ਉਮੀਦਵਾਰ ਵਾਪਸ ਆ ਜਾਂਦਾ, ਪਰ ਇਹਨੂੰ ਵੀ ਪ੍ਰੋਲੋਂਗ ਕੀਤਾ ਗਿਆ। ਸੋ ਇੱਥੇ ਵੀ ਸਰਕਾਰੀ ਸਾਜ਼ਿਸ਼ ਜਿਹੜੀ ਸਾਫ਼ ਦਿਸਦੀ ਹੈ। ਚੌਹਾਨ ਸਾਹਿਬ, ਮੇਰਾ ਆਪ ਜੀ ਤੋਂ ਸਿੱਧਾ ਸਵਾਲ ਹੈ ਕਿ ਇਹ ਤੇ ਰਹੀਆਂ ਉਹ ਬੇਦਬੀਆਂ, ਜਿਹੜੇ 328 ਸਰੂਪ ਜਿਹੜੇ ਗਾਇਬ ਹੋ ਗਏ, ਔਰ ਹਰਪ੍ਰੀਤ ਸਿੰਘ ਜਿਹੜੇ ਕਿ ਕਾਰਜਕਾਰੀ ਜਥੇਦਾਰ ਜਿਨ੍ਹਾਂ ਨੇ ਕਹਿ ਦਿੱਤਾ ਕਿ ਇਹ ਤਾਂ ਸਿਰਫ ਇੱਕ ਮਹਿਜ਼ ਕਲੈਰੀਕਲ ਐਰਰ ਹੈ, ਇਹ ਤਾਂ ਸਿਰਫ ਇੱਕ ਮਹਿਜ਼ ਨੋਟ ਡਾਊਨ ਦਾ ਐਰਰ ਹੈ, ਉਹ ਕੋਈ ਸਰੂਪ ਕਿਤੇ ਨਹੀਂ ਗਏ, ਸਭ ਠੀਕ ਹੀ ਨੇ, ਪਰ ਅੱਜ ਤੱਕ ਪਤਾ ਨਹੀਂ ਉਹ 328 ਸਰੂਪ ਕਿੱਥੇ ਨੇ। ਕੀ ਕਹਿਣਾ ਚਾਹੋਗੇ? ਮੈਂ ਇਹ ਗੱਲ ਤੇ ਆਉਣਾ ਸੀਗਾ, ਵਧੀਆ ਤੁਸੀਂ ਇਹ ਕੁਐਸਚਨ ਕਰਤਾ ਜੀ। ਜੇ ਉਹ ਕਲੈਰੀਕਲ ਮਿਸਟੇਕ ਆ ਪ੍ਰੂਵ ਕਰਨ ਕਿੱਥੇ ਆ? ਜਿਹੜੀਆਂ ਬੇਅਦਬੀਆਂ ਹੋਈਆਂ ਗੁਟਕਾ ਸਾਹਿਬ ਦੀਆਂ ਹੋਈਆਂ, ਉਹ ਜਥੇਦਾਰ ਤਾਂ ਹੈ ਨਾ, ਮੈਂ ਜਥੇਦਾਰ ਹਾਂ, ਪਰ ਉਹ ਕਰ ਕੀ ਰਿਹਾ? ਦੂਸਰੀ ਗੱਲ ਇਹ, ਮੈਂ ਫਿਰ ਉੱਤੇ ਉਹਨਾਂ ਜਿਹੜੀ ਬਹਿਬਲ ਕਲਾਂ ਦੇ ਵਿੱਚ 2 ਨੌਜਵਾਨ ਮਾਰੇ ਗਏ ਆ, ਉਹਨਾਂ ਦੇ ਬਾਰੇ ਦੇ ਵਿੱਚ ਜਥੇਦਾਰ ਕੀ ਕਰ ਰਿਹਾ ਕਿ ਸਿਰਫ ਬਾਦਲਾਂ ਨੂੰ ਖੁਸ਼ ਕਰਨਾ? ਜਿਹੜੀ ਕਲੈਰੀਕਲ ਮਿਸਟੇਕ ਹੈਗੀ ਆ ਉਹਦੇ ਉੱਤੇ ਵੱਖਰੇ ਤੌਰਾਂ ਦੇ ਉੱਤੇ ਮੁਜ਼ਾਹਰੇ ਹੁੰਦੇ ਰਹੇ ਆ, ਟਕਰਾਅ ਹੁੰਦੇ ਹੁਣ ਹੋ ਰਹੇ ਆ। ਇਹ ਦੂਸਰੇ ਆਪਣੇ ਬਰਗਾੜੀ ਮੋਰਚੇ ਦੇ ਉੱਤੇ ਮਾਨ ਹੋਣਾ ਨੇ ਨਾਲ ਜਾਂ ਬਾਕੀ ਸਿੱਖਾਂ ਨੇ ਰਲ ਕੇ ਉੱਥੇ ਫਿਰ ਐਵਰੀਡੇ ਜਥੇ ਗ੍ਰਿਫਤਾਰੀ ਦਿੰਦੇ ਆ ਕਿ ਬਾਕੀ ਦੇ ਸਿੱਖ ਜਿਹੜੇ ਉਹ ਸੁੱਤੇ ਪਏ ਆ, ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ? ਉਹਨਾਂ ਦੀ ਵੀ ਬਣਦੀ। ਕਮ ਸੇ ਕਮ ਉਹਨੂੰ ਪ੍ਰੂਵ ਤਾਂ ਕੀਤਾ ਜਾਵੇ ਉਹ 328 ਮਹਾਰਾਜ ਦੇ ਸਰੂਪ ਜਿਹੜੇ ਆ ਉਹ ਗਏ ਕਿੱਥੇ। ਦੂਸਰੀ ਗੱਲ, ਮੈਂ ਇੱਕ ਹੋਰ ਇਸ ਚੀਜ਼ ਦੀ ਕਹਾਂ ਕਿ ਜਦੋਂ ਪਿਛਲੀ ਵਾਰੀ ਜਥੇਦਾਰ ਇੱਥੇ ਆਏ ਸੀ ਗਿਆਨੀ ਹਰਪ੍ਰੀਤ ਸਿੰਘ, ਮੈਂ ਮਿਲਿਆ ਨਿਗਾ ਕਿਸੇ ਨਾ ਕਿਸੇ, ਮੈਂ ਇੱਥੇ ਨਾਂ ਨਹੀਂ ਲੈਣੇ, ਕਿਸੇ ਨੇ ਫੋਨ ਕੀਤਾ ਕਰਕੇ ਆ ਗੱਲ ਕਰਿਓ ਤਾਂ ਮੇਰੇ ਨਾਲ ਕਨਵਰਸੇਸ਼ਨ ਕਰਾਤੀ। ਮੈਂ ਇੱਕ ਗੱਲ ਕਹੀ ਸੀ, ਜਿੱਦਾਂ ਮਰਜ਼ੀ ਜਥੇਦਾਰ ਬਣੇ ਆ, ਕਮ ਸੇ ਕਮ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਜਦੋਂ ਜੂਨ ਦੇ ਉੱਤੇ ਬਾਕੀ ਆਉਂਦੇ ਆ ਜਿਨ੍ਹਾਂ ਨੂੰ ਇਹ ਗਰਮਦਲੀਏ ਕਹਿੰਦੇ, ਗਰਮਦਲੀਏ ਨਹੀਂ, ਉਹਨਾਂ ਦੀ ਜ਼ਮੀਰਾਂ ਜਾਗਦੀਆਂ ਵੀ ਸਾਡੇ ਨਾਲ ਇੰਨਾ ਹੋਇਆ, ਅਸੀਂ ਗੁਲਾਮੀ ਨਹੀਂ ਕੱਟਣੀ, ਔਰ ਉਹਨਾਂ ਨੂੰ ਤੁਸੀਂ ਤੁਹਾਡੀ ਟਾਸਕ ਫੋਰਸ ਮਾਰ ਡਾਂਗਾ ਭਜਾਉਂਦੀ ਆ, ਤੇ ਉਹ ਜਿਹੜਾ ਉਹ ਝੂਠਾ ਸਾਰ ਜਾਂ ਜਿਹੜਾ ਮਰਜ਼ੀ ਕਰ ਲਓ ਰਾਮ ਰਹੀਮ, ਉਸ ਬੰਦੇ ਨੂੰ ਮਾਫੀ ਦਿੰਦੇ ਆ, ਫਿਰ ਉਹ ਮਾਫੀ ਨੂੰ ਸਿੱਧ ਕਰਨ ਲਈ ਸੰਗਤਾਂ ਦੀ ਗੋਲਕ ਦੇ ਵਿੱਚੋਂ 90 ਲੱਖ ਦੇ ਇਸ਼ਤਿਹਾਰ ਲੱਗਦੇ। ਬਿਲਕੁਲ ਕੀ ਗੱਲ, ਇਹ ਜਥੇਦਾਰ ਦੀਦੀ ਨਹੀਂ? ਅਗਰ ਇਹ ਨਹੀਂ ਦੀਦੀ ਤਾਂ ਉਹਨਾਂ ਨੂੰ ਜਥੇਦਾਰ ਰਹਿਣ ਦਾ ਆਰਾਮ ਨਾਲ ਕੋਈ ਹੋਰ ਕੰਮ ਕਰ ਲੈ, ਕੋਈ ਹੱਕ ਨਹੀਂ। ਬਾਕੀ ਇੱਕ ਜਿਹੜੀ ਗੱਲ ਦੇ ਵਿੱਚ ਆਪਾਂ ਕਹਿੰਦੇ ਨਾ ਵੀ ਇੱਥੇ ਐਸੀ ਸਵਾਲ ਨਹੀਂ ਪੁੱਛਣ ਦੇਣੇ, ਬਹੁਤ ਚੀਜ਼ਾਂ ਹੈਗੀਆਂ, ਪਰ ਹੁਣ ਵੀ ਇਹ ਪਤਾ ਲੱਗਾ ਕਿ ਵੀ ਇਹ ਇੱਕ ਸਿਰਫ ਬਾਦਲ ਦੀ ਜਿਹੜੀ ਇਹ ਸੀਗੀ ਗਾਂਧੀਆਂ ਇਲੈਕਸ਼ਨਾਂ ਨੂੰ ਲੈ ਕੇ ਕਰਨਾ। ਮੈਨੂੰ ਯਾਦ ਆ ਕਿ ਮਨਜੀਤ ਸਿੰਘ ਜੀ ਕੇ ਤੇ ਜਿਹੜਾ ਹੁਣ ਉਹ ਸਰਸਾ ਹੈਗਾ ਆਪਣੇ ਮਨਜਿੰਦਰ ਸਿੰਘ ਇੱਥੇ ਦੂਜੇ ਦਾ ਦਿੱਲੀ ਦਾ ਪ੍ਰਧਾਨ, ਉਹ ਵੀ ਇਲੈਕਸ਼ਨਾਂ ਹੋ ਰਹੀਆਂ, ਤੇ ਸਮੇਤ ਗੁਰਦੁਆਰਾ ਸਾਹਿਬ ਮੀਟਿੰਗ ਹੋਈ ਸੀਗੀ, ਔਰ ਉੱਥੇ ਸੀ ਕਿਸੇ ਨੇ ਉਹ ਸੁਣਨੀ ਆ। ਹੁਣ ਸੱਚ ਉਹੋ ਹੀ ਗੱਲ ਫੇਰ ਹੋ ਗਈ ਕਿ ਵੀ ਉੱਥੇ ਨਾ ਜੋਗਾ ਸਿੰਘ ਦਾ ਆਉਂਦਾ, ਮਰ ਕੇ ਜੋਗਾ ਸਿੰਘ ਦੀਆਂ ਖਰੀਆਂ YouTube ਤੇ ਫਿਰਦੀਆਂ ਵੀ ਜੇ ਤੇ ਇਹ ਬਾਦਲਾਂ ਦੇ ਚੱਕਰ 'ਚ ਕਰਕੇ ਆਉਣਾ ਆ, ਉੱਦਾਂ ਤੁਸੀਂ ਅੱਜ ਸਿੱਖ ਆਵੋ, ਕਿਸੇ ਨੂੰ ਕੋਈ ਤਕਲੀਫ ਨਹੀਂ। ਅਗਰ ਉਹਨਾਂ ਦੀ ਕੰਪੇਨ ਕਰਨ ਲਈ ਉਹਨਾਂ ਦੇ ਚੱਕਰ 'ਚ ਆਉਣਾ ਆ, ਤੇ ਜਿਹਦੀ ਜਾਗਦੀ ਜ਼ਮੀਰ ਵਾਲੇ ਸਿੱਖ ਆ ਨਾ, ਉਹ ਜ਼ਰੂਰ ਸੋਚਣਗੇ ਵੀ ਕੀ ਅਸੀਂ ਇਹਨਾਂ ਧਰਤੀਆਂ ਦੇ ਉੱਤੇ ਆਹ ਚੀਜ਼ ਇੱਦਾਂ ਦੇ ਲੋਕਾਂ ਨੂੰ ਆ ਕੇ ਗੰਦ ਖਿਲਾਰਨ ਦੇਵਾਂਗੇ। ਸੈਕੰਡਲੀ ਜਿਹੜੀ ਚੀਜ਼ ਦੇ ਵਿੱਚ ਆਪਾਂ ਕਹਿੰਦੇ ਮਹਾਰਾਜ ਦੇ ਸਰੂਪ ਦੀ ਅਗਰ ਇੱਥੇ ਬੇਅਦਬੀ ਹੁੰਦੀ ਨਾ ਵਿਦੇਸ਼ਾਂ 'ਚ ਕਿਤੇ ਵੀ, ਆਪਾਂ ਨੂੰ ਪਤਾ ਕਿਸੇ ਦੀ ਹਿੰਮਤ ਨਹੀਂ, ਔਰ ਉਹ ਪੰਥਕ ਸਰਕਾਰ
ਪੰਥਕ, ਪਰ ਇੱਕ ਗੱਲ, ਇੱਕ ਜਥੇਦਾਰ ਮੈਨੂੰ ਨਹੀਂ ਪਤਾ ਕਿਹੜੇ ਸਾਲ 'ਚ ਜਾਂ ਲੌਂਗੋਵਾਲ ਤੋਂ ਪਹਿਲਾਂ ਨੇ ਜਾਂ ਬਾਅਦ ਦੇ ਵਿੱਚ ਰਿਹਾ, ਮੱਕੜ ਲੁਧਿਆਣੇ ਤੇ ਹੁੰਦਾ ਹੈਗਾ ਹੈ, ਔਰ ਉਹਨੇ ਆ ਬੇਅਦਬੀਆਂ ਦੀ ਗੱਲ ਬਿਲਕੁਲ ਕੀਤੀ ਹੈ ਕਿ ਵੀ ਇਹਨਾਂ ਨੂੰ ਪਤਾ ਸੀ ਸਭ ਕੁਝ। ਅਵਤਾਰ ਸਿੰਘ ਮੱਕੜ ਦੀ ਤੁਸੀਂ ਗੱਲ ਕਰ ਰਹੇ? ਉਹਨਾਂ ਨੇ ਇਹ ਲਫ਼ਜ਼ ਬੋਲੇ ਆ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਕਾਲ ਤੇ ਚਲਾਣਾ ਕਰਨ ਤੋਂ ਪਹਿਲਾਂ ਸਾਰਾ ਕੁਝ ਸੱਚ ਦੱਸਿਆ ਉਹਨੇ, ਸੁਣਿਆ ਸੀ। ਠੀਕ ਹੈ, ਉਹ ਆਪਦੀ ਜ਼ਮੀਰ ਉਹ ਗੱਲ ਨੂੰ ਵੱਖਰੀ ਕਮ ਹੈ, ਸੇ ਆਪਣੀ ਕਮ ਉਹ ਆਪਦੀ ਕਾਰਜਕਾਰੀ ਜ਼ਮੀਰ ਨੂੰ ਕਲੀਅਰ ਕਰ ਗਿਆ ਕਿ ਮੇਰੇ 'ਚ ਭਾਰ ਆ। ਜਿੱਦਾਂ ਆਪਾਂ ਕਹਿੰਦੇ ਕਿ 47 ਤੋਂ ਬਾਅਦ ਮਰਨ ਤੋਂ ਪਹਿਲਾਂ ਬਲਦੇਵ ਸਿੰਘ ਨੇ ਜਿਹੜੀ ਕਿ ਵੀ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਜਿਹੜੀ ਕੀਤੀ, ਹੁਣ ਮੈਂ ਕਨਾਲ ਉਹਨੂੰ ਇਹ ਵੀ ਪੁੱਛਿਆ ਗਿਆ ਸੀਗਾ ਕਿ ਤੁਸੀਂ ਜਦ ਸੀਗੇ ਉਦੋਂ ਕਦ ਨਹੀਂ ਕਿਹਾ, ਕਹਿੰਦਾ ਉਹਨੇ ਡਿਬੇਟ ਕੀਤਾ, ਕਹਿੰਦਾ ਮੈਂ ਅੰਡਰ ਪ੍ਰੈਸ਼ਰ, ਮੇਰੇ ਤੇ ਪ੍ਰੈਸ਼ਰ ਸੀ ਕਹਿੰਦਾ। ਹੁਣ ਜਿਹੜੀ ਸਘੇੜਾ ਸਾਹਿਬ ਉਹਨਾਂ ਨੇ ਗੱਲ ਕੀਤੀ ਸੀ, ਆਪਾਂ ਕਹਿੰਦੇ ਬੇਅਦਬੀਆਂ ਹੋ ਗਈਆਂ, ਕੁੱਟ ਪੈ ਗਈ, ਬਾਹਰ ਕਿਸੇ ਦੀ ਪੱਗ ਨੂੰ ਹੱਥ ਲਾਉਂਦੇ ਕਿੰਨਾ ਕੁਝ ਹੁੰਦਾ, ਉੱਥੇ ਨਿੱਤ ਪੱਗਾਂ ਰਹਿੰਦੀਆਂ। ਉਹ ਸਿੱਖੋ, ਉਹ ਜਾਗਦੀ ਜ਼ਮੀਰ ਵਾਲੇ ਬਣੋ, ਗੁਲਾਮੀ ਗਲੋਂ ਲਾਵੋ। ਇੱਕੋ ਸੋਲੂਸ਼ਨ ਜਿਹਦਾ ਸਘੇੜਾ ਸਾਹਿਬ ਨੇ ਕੀਤੀ ਬਈ 100% ਐਗਰੀਡ ਇਹਨਾਂ ਨਾਲ, ਜਿੰਨਾ ਚਿਰ ਸਿੱਖ ਕੌਮ ਦਾ ਆਪਣਾ ਘਰ ਨਹੀਂ ਬਣਦਾ ਤੁਹਾਡੇ ਕੋਟੀ ਪੈਂਦੀ ਰਹਿਣੀ ਆ, ਕੁੱਟ ਖਾਣੀ ਕਿ ਤੁਸੀਂ ਬਚਣਾ ਤੁਹਾਡੀ ਖੁਸ਼ੀ। ਸੰਘੇੜਾ ਸਾਹਿਬ, ਤੁਹਾਨੂੰ ਸਵਾਲ ਇਸੇ ਕੜੀ 'ਚ ਅੱਗੇ ਪੁੱਛਦਾ ਕਿਉਂਕਿ ਸਮਾਂ ਵੀ ਆਪਣਾ ਤਕਰੀਬਨ ਹੋਣ ਲੱਗਿਆ। ਸਰੂਪਾਂ ਦੀਆਂ ਬੇਅਦਬੀਆਂ ਦੇ ਬਾਰੇ ਅੱਜ ਸ਼ਿਕਾਇਤਾਂ ਜਾ ਰਹੀਆਂ SGPC ਨੂੰ, ਜਿਹੜਾ ਮੁਤਾਜਵੀ ਜਥੇਦਾਰ ਨੂੰ, ਤੇ ਪਰ ਉਹ ਖੁਦ ਹੀ 328 ਸਰੂਪਾਂ ਦਾ ਹਿਸਾਬ ਨਹੀਂ ਦੇ ਰਹੇ, ਉਹ ਖੁਦ ਕੋਈ ਐਕਸ਼ਨ ਨਹੀਂ ਲੈ ਰਹੇ। ਅੱਜ ਤੱਕ ਬਾਦਲ ਪਰਿਵਾਰ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ, ਜਦਕਿ ਕਿੰਨੀਆਂ ਜਸਟਿਸ ਰਣਜੀਤ ਸਿੰਘ, ਜਸਟਿਸ ਜੋਰਾ ਸਿੰਘ, ਕਿੰਨੀਆਂ ਕਮਿਸ਼ਨਾਂ ਨੇ, ਕਿੰਨੇ ਸਬੂਤ ਨੇ ਕਿ ਕਿੰਨੀ ਇਨਵੋਲਵਮੈਂਟ ਸੀਗੀ ਇਹਨਾਂ ਦੀ, ਚਾਹੇ ਉਹ ਬਹਿਬਲ ਕਲਾ ਗੋਲੀकांड ਹੋਵੇ, ਚਾਹੇ ਸੱਚੇ ਸੌਦੇ ਨੂੰ ਇਨਡਾਇਰੈਕਟਲੀ ਡਾਇਰੈਕਟਲੀ ਜਿਹੜਾ ਬਿਨਾਂ ਮੰਗੇ ਮਾਫੀ ਦੇਣ ਦਾ ਸਾਰਾ ਕਿਸ ਤਰ੍ਹਾਂ ਹੋਇਆ, ਕਾਰਾ ਕੀ ਹੋਇਆ। ਗੁਰਮੁਖ ਸਿੰਘ ਵੀ ਪਹਿਲਾਂ ਕਹਿ ਗਏ ਗੱਲ, ਫਿਰ ਮੁਕਰ ਗਏ, ਜਾਂ ਕਹ ਲਓ ਕਿ ਫਿਰ ਹੁਣ ਦੁਬਾਰਾ ਬਹਾਲ ਹੋ ਗਏ। ਹੁਣ ਇਹ ਨਹੀਂ ਪਤਾ ਉਹ ਪਹਿਲੀ ਵਾਰੀ ਝੂਠ ਬੋਲ ਰਹੇ ਸਨ ਜਾਂ ਹੁਣ ਝੂਠ ਬੋਲ ਰਹੇ ਨੇ। ਸੋ ਇੱਕ ਤਾਂ ਇਨਸੀਡੈਂਸ ਪੱਕਾ ਹੀ ਹੈ ਨਾ। ਮੇਰਾ ਆਪ ਜੀ ਨੂੰ ਸਵਾਲ ਸਿੱਧਾ, ਸੰਘੇੜਾ ਸਾਹਿਬ, ਸਿੰਪਲ ਇੱਕ ਇਕੁਏਸ਼ਨ ਹੁੰਦੀ ਹੈ ਵੀ A = B = C, ਤੇ ਸਾਡੇ ਬੰਦੇ ਕਹਿ ਰਹੇ ਵੀ ਅਸੀਂ A ਦੇ ਨਾਲ ਨਹੀਂ ਹੈਗੇ ਪਰ ਅਸੀਂ B ਦੇ ਨਾਲ ਆ, ਪਰ A ਤਾਂ = B ਹੈ, ਜਿਹੜਾ B ਹੈ ਉਹ A ਨੂੰ ਕਲੀਅਰੈਂਸ ਦੇ ਰਿਹਾ ਹੈ। ਇਸ ਭੰਬਲ ਪੂਸੇ ਚੋਂ ਅਸੀਂ ਕਦੋਂ ਨਿਕਲਾਂਗੇ? ਕੀ ਸਾਨੂੰ ਜਿਹੜੇ ਨਿੱਜੀ ਹਿੱਤ ਨੇ ਸਾਡੀਆਂ ਜਥੇਬੰਦੀਆਂ ਨੂੰ, ਸਾਡੇ ਪੰਥਕ ਆਗੂਆਂ ਨੂੰ, ਉਹ ਆਪਣੇ ਇਸ਼ਟ ਤੋਂ ਵੀ ਵੱਧ ਕੇ ਨੇ, ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਵੱਧ ਕੇ ਨੇ? ਹੋਰ ਮੈਂ ਅੱਜ ਪ੍ਰੈਜ਼ੈਂਟਰ ਹਾਂ, ਪਰ ਸੰਗਤ ਜੀ ਮੈਨੂੰ ਮਾਫ ਕਰਨਾ, ਮੈਂ ਭਾਵੁਕ ਗੱਲ ਕਹਿਣ ਜਾ ਰਿਹਾ, ਡੁੱਬ ਕੇ ਸਾਨੂੰ ਮਰ ਜਾਣਾ ਚਾਹੀਦਾ ਹੈ ਜੇ ਅਸੀਂ ਆਪਣੇ ਇਸ਼ਟ ਦੀ ਬੇਦਬੀ ਤੇ ਸਿਆਸਤ ਕਰਨੀ। ਮਰ ਜਾਣਾ ਚਾਹੀਦਾ, ਸਾਰੀਆਂ ਸਿਆਸਤਾਂ ਛੱਡ ਦਿਓ, ਪ੍ਰਚਾਰ ਛੱਡ ਦਿਓ, ਕੁਛ ਕਰਨ ਦੀ ਲੋੜ ਨਹੀਂ। ਜੇ ਇਹੀ ਮੌਕਾ ਮਿਲਿਆ ਤੁਹਾਨੂੰ ਚੀਪ ਪੋਲਿਟਿਕਸ, ਓਪਰਚੁਨਿਟੀ ਪੋਲਿਟਿਕਸ ਕਰਨ ਦਾ, ਸੰਘੇੜਾ ਸਾਹਿਬ, ਮੈਂ ਤਾਂ ਇਹਦੇ ਤੇ ਇੱਕੋ ਗੱਲ ਕਹਿਣਾ ਵੀ ਅੱਜ ਲਕੀਰ ਖਿੱਚਣ ਦਾ ਟਾਈਮ ਆ। ਜੇ ਤਾਂ ਜਿਹੜੇ ਸੁਹਿਰਦ ਵੀਰ ਹੈਗੇ ਆ ਜੀ, ਉਹ ਆ ਜਾਓ ਇੱਧਰਲੀ ਲਾਈਨ ਤੇ, ਅਸੀਂ ਵੀ ਸਾਥ ਉਹਨਾਂ ਨੂੰ ਦਿਆਂਗੇ, ਜਿੰਨਾ ਬਣਦਾ ਸਾਥ ਆ ਦਿਆਂਗੇ, ਤੇ ਉਹ ਵੀ ਸਾਥ ਦੇਣ। ਜੇ 2 ਹਫ਼ਤਿਆਂ 'ਚ ਨਾ ਸੁਧਰ ਜਾਣ ਸਾਰੀ ਇਹ ਜਿਹੜੀ ਜੁੰਡਲੀ ਤੁਰੀ ਫਿਰਦੀ ਆ, ਪਰ ਇਹਨਾਂ ਦੇ ਵਿੱਚ ਜ਼ਰੂਰਤ ਹੈ ਨਹੀਂ ਹੈ ਜਿਹੜੇ ਕਦੀ ਇੱਧਰ ਕਦੀ ਉਧਰ ਕਦੀ ਇੱਧਰ ਕਦੀ ਇੱਧਰ, ਕਿਉਂਕਿ ਜਿਨ੍ਹਾਂ ਨੇ ਰੋਜ਼ ਦੂਜੇ ਹਰ ਘਰ ਦੇ ਮਾਂਡੇ ਖਾਣੇ ਹੋਣ ਨਾ, ਉਹਨਾਂ ਨੂੰ ਇੱਕ ਘਰ ਦੀ ਸਵਾਦ ਨਹੀਂ ਲੱਗਦੀ ਹੁੰਦੀ। ਇਸ ਕਰਕੇ ਇੱਕ ਦਰਦਾ ਹੋ ਕੇ ਬਹਿ ਜਾਓ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਆਓ, ਅੱਜ ਮੌਕਾ ਆ, ਇਹਨਾਂ ਨੂੰ ਪਛਾੜੀਏ, ਇਹਨਾਂ ਨੂੰ ਬਾਹਰ ਕੱਢੀਏ, ਔਰ ਇਹਨਾਂ ਨੂੰ ਕੱਢ ਕੇ ਇਹਨਾਂ ਨੂੰ ਸਜ਼ਾਵਾਂ ਦਈਏ, ਇਹਨਾਂ ਨੂੰ ਸਜ਼ਾਵਾਂ ਦਈਏ, ਕਿਉਂਕਿ ਇਹਨਾਂ ਦੇ ਕਾਰਨ ਕਰਕੇ ਸਾਰੇ ਹਾਦਸੇ ਹੋਏ ਆ। ਅੱਜ ਕੌਮ ਨੂੰ ਖੜਨਾ ਚਾਹੀਦਾ। ਜੇ ਅੱਜ ਵੀ ਕੌਮ ਨਾ ਖੜੀ ਤਾਂ ਫਿਰ ਕੌਮ ਦਾ ਰੰਗ ਬਰਾਖਾ। ਅਸੀਂ ਤਾਂ ਇੱਥੇ ਇਹੀ ਕਹਾਂਗੇ ਵੀ ਕੌਮ ਨੂੰ ਅੱਜ ਇਕਮੁੱਠ ਹੋ ਕੇ ਨਾਰਾ ਲਾਉਣਾ ਚਾਹੀਦਾ, ਸਾਨੂੰ ਆਪਣਾ ਘਰ ਚਾਹੀਦਾ। ਜੇ ਅਸੀਂ ਆਪਣੇ ਘਰ ਦੇ ਵਿੱਚ ਉੱਦਾਂ ਦੇ ਲੋਕਾਂ ਨੂੰ ਰੱਖਾਂਗੇ ਤਾਂ ਫਿਰ ਸਾਡਾ ਘਰ ਫੇਰ ਬਰਬਾਦ ਹੋਊ। ਇਸ ਕਰਕੇ ਇਹਨਾਂ ਲੋਕਾਂ ਨੂੰ ਤਾਂ ਪਹਿਲੀਆਂ ਬਣਦੀਆਂ ਸਜ਼ਾਵਾਂ ਦੇਵਾਂਗੇ। ਬਾਹਰ ਬਹੁਤ ਵੱਡੀਆਂ ਐਗਜ਼ੈਂਪਲਾਂ ਪਈਆਂ ਇਹਨਾਂ ਚੀਜ਼ਾਂ ਬਾਰੇ, ਪਰ ਆਪਣੇ ਕੋਲ ਸਮਾਂ ਥੋੜਾ ਕਰਕੇ ਆਪਾਂ ਉਹਨਾਂ ਕੀ ਬੋਲਦੇ ਆ ਵੀ ਇਹਨਾਂ ਲੋਕਾਂ ਨੂੰ ਪਛਾੜੋ, ਇਹਨਾਂ ਲੋਕਾਂ ਨੂੰ ਕਰੋ। ਠੀਕ ਆ, ਉਹ ਲਿਫਾਫੇ ਚੋਂ ਨਿਕਲਿਆ ਜਹੇਦਾਰ ਆ, ਅਸੀਂ ਉਹਨੂੰ ਜਹੇਦਾਰ ਨਹੀਂ ਮੰਨਦੇ। ਅਕਾਲ ਤਖਤ ਦਾ ਅਸੀਂ ਸਮਰਪਿਤ ਹਾਂ, ਲੇਕਿਨ ਅਸੀਂ ਉਸ ਜਹੇਦਾਰ ਨੂੰ ਬਿਲਕੁਲ ਜਥੇਦਾਰ ਨਹੀਂ ਮੰਨਦੇ। ਅਸੀਂ ਸਰਬੱਤ ਖਾਲਸਾ ਦਾ ਥਾਪਿਆ ਜਹੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਆਪਣਾ ਜਹੇਦਾਰ ਮੰਨਦੇ ਹਾਂ। ਕੋਈ ਦਿਨ ਆਊਗਾ ਜਦੋਂ ਜੇਲ੍ਹ ਚੋਂ ਬਾਹਰ ਨਿਕਲੂਗਾ, ਅਸੀਂ ਅਕਾਲ ਤਖਤ ਤੇ ਬਹਾਲ ਕੇ ਦਿਖਾਵਾਂਗੇ। ਵਾਹਿਗੁਰੂ। ਇੱਕ ਸੈਕਿੰਡ ਤੁਸੀਂ ਕਨਕਲੂਡ ਬਾਤ ਕਰਦੇ ਜੀ ਹਾਂਜੀ। ਆ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਪੜ੍ਹੇ ਹੋਣਾ 8 ਜਿਹੜੇ ਬਾਹਰਲੇ ਸਕਾਲਰ ਹੈਗੇ ਆ, ਉਹਨੇ ਸਨ ਦੇ ਕੇ
ਲਿਖਿਆ ਵੀ ਜਾਣੀ ਉਹਦੀ ਗੁਰੂ ਗ੍ਰੰਥ ਸਾਹਿਬ ਬਾਹਰਲੇ ਲੋਕ ਬੈਠੇ ਆ ਫੋਰਨ ਜਿਹੜੇ ਹੈਗੇ ਆ ਵੀ ਦੁਨੀਆ ਦੇ ਉੱਤੇ ਜੇ ਕੋਈ ਪੀਸ ਕਰਨ ਵਾਲੀ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਹੈ। ਉਹ ਜਾਣੀ 8 ਬੰਦਿਆਂ ਨੇ ਉਹ ਲਿਖਿਆ ਆ ਵੀ ਪਰ ਨਾਨ ਸਿੱਖ ਆ ਉਹ, ਹਾਂਜੀ ਨਾਨ ਸਿੱਖ ਮੈਂ ਉਹੀ ਕਹਿੰਦਾ ਨਾਨ ਸਿੱਖ ਜਿਹੜੇ ਆ ਜਿਨ੍ਹਾਂ ਦਾ ਗੁਰੂ ਹੈਗਾ ਉਹ ਕੀ ਕਰ ਰਿਹਾ ਸੀ, ਚੰਦ ਛਿਲੜਾਂ ਤੇ ਜਾਂ ਚੰਦ ਮੁੱਠੀ ਚਾਪੀ ਤੇ ਅਸੀਂ ਵਿਕੇ ਹੋਏ ਆ। ਸਾਡੇ ਭਰਾ ਜਿਹੜੇ ਹੈਗੇ ਆ, ਮੈਂ ਤਾਂ ਲਫ਼ਜ਼ ਵੀ ਨਹੀਂ ਬੋਲ ਸਕਦਾ ਵੀ ਕਾਹਨੂੰ ਤੁਸੀਂ ਆਪਣੇ ਆਪ ਤੇ ਕੋਈ ਭੁੱਲਣਾ ਦਾ ਨਾ ਟੈਗ ਲਵਾਓ। ਤੁਸੀਂ ਆਪਣਾ ਫਰਜ਼ ਪੂਰਾ ਕਰੋ। ਸਾਡਾ ਗੁਰੂ ਆ ਜੀ, ਗੁਰੂ ਦੀ ਲਈ ਜਿੱਥੇ ਬੰਦ ਕੱਟੇ ਗਏ ਹੈਗੇ ਆ, ਅੱਜ ਅਸੀਂ ਉਹਨੂੰ ਯਾਦ ਕਰੀਏ ਤੇ ਉਹਦੀ ਕੋਈ ਜਿਹੜਾ ਬੰਦਾ ਕੋਈ ਵੀ ਉਹਦੀ ਕੋਈ ਇੱਕ ਇਦਾਂ ਦੇ ਕਰਦਾ, ਉਹਦੀ ਬੇਅਦਬੀ ਕਰਦਾ, ਤੇ ਅਸੀਂ ਕਰਤੇ ਕਿ ਸਾਨੂੰ ਫੀਲ ਹੋਣਾ ਚਾਹੀਦਾ, ਨਾ ਕਿ ਅਸੀਂ ਉੱਥੇ ਭੇਜਿਆ ਪਹਿਲਾਂ ਚਾਹ ਪਾਣੀ ਪੀਣਾ ਜਾ ਇਹ ਤਾਂ ਸਾਡੇ ਜ਼ਿੰਦਗੀ ਰਹਿਣੇ ਹੈਗੇ ਆ। ਤੇ ਜਦੋਂ ਅਸੀਂ ਤਗੜੇ ਹੋ ਗਏ ਹਰ ਬੰਦਾ ਉੱਥੇ ਸਾਨੂੰ ਸਲਾਮਾ ਕਰੂਗਾ। ਭਾਈ ਜੋਗਾ ਸਿੰਘ ਜੀ, ਤਕਰੀਬਨ ਸਮਾਂ ਸਮਾਪਤ ਹੋ ਰਿਹਾ, ਤੁਸੀਂ ਆਪ ਦੀ ਗੱਲ ਵੀ ਰੱਖੋ। ਮੈਂ ਆਪ ਜੀ ਨੂੰ ਇੱਕ ਸਵਾਲ ਵੀ ਪੁੱਛਣਾ ਚਾਹੁੰਦਾ। ਆਪਣੇ ਕੋਲ 10 ਮਿੰਟ ਦਾ ਸਮਾਂ ਹੈ, ਤੁਸੀਂ ਜ਼ਰੂਰ ਐਗਜ਼ਾਮਪਲਸ ਦੇਣਾ। ਮੇਰਾ ਆਪ ਜੀ ਨੂੰ ਸਵਾਲ ਹੈ, ਜਿਸ ਤਰ੍ਹਾਂ ਸੰਘੇੜਾ ਸਾਹਿਬ ਨੇ ਕਿਹਾ ਲਕੀਰ ਖਿੱਚਣ ਦਾ ਸਮਾਂ ਹੈ, ਜਿਸ ਤਰ੍ਹਾਂ ਅਸੀਂ ਸ਼ੋਅ ਦੀ ਸਟਾਰਟ 'ਚ ਵੀ ਕੀਤਾ ਕਿ ਇਹ ਬੇਅਦਬੀ ਦੇ ਮਸਲੇ ਤੇ ਅਸੀਂ ਕੋਈ ਪੋਲੀਟੀਕਲ ਲਾਹਾ ਨਹੀਂ ਲੈਣਾ ਕਿਸੇ ਨੇ ਵੀ, ਇਹ ਗੱਲ ਪੱਕੀ ਹੈ। ਇਹ ਸਾਡੇ ਇਸ਼ਟ ਦਾ ਮਸਲਾ ਹੈ। ਅਸੀਂ ਸਾਰੇ ਐਜ਼ ਅ ਸਿੱਖ, ਚਾਹੇ ਤੁਸੀਂ ਜਿਹੜੀ ਮਰਜ਼ੀ ਜਥੇਬੰਦੀ ਤੋਂ ਹੋ, ਜਿਹੜੇ ਮਰਜ਼ੀ ਤੁਸੀਂ ਫਿਰਕੇ ਤੋਂ ਹੋ, ਜਿਹੜਾ ਮਰਜ਼ੀ ਤੁਹਾਡੀ ਅਨਮਤ ਹੈ ਪੋਲੀਟੀਕਲ, ਪਰ ਇੱਥੇ ਸਾਡੇ ਸਾਰਿਆਂ ਦੇ ਇੱਕ ਸਾਂਝੇ ਇਸ਼ਟ ਦਾ ਸਵਾਲ ਹੈ। ਤੁਹਾਡਾ ਸਾਰਿਆਂ ਨੂੰ ਸਹੀ ਮਾਇਨੇ 'ਚ ਕੀ ਸੁਜੈਸ਼ਨ ਹੈ, ਕੀ ਤੁਸੀਂ ਸੋਚਦੇ ਹੋ ਵੀ ਆਉਣ ਵਾਲੇ ਸਮੇਂ 'ਚ ਕੀ ਹੋਏਗਾ? ਦੂਸਰਾ ਮੇਰਾ ਸਵਾਲ, ਜੋਗਾ ਸਿੰਘ ਜੀ, ਮੈਨੂੰ ਡਰ ਹੈ ਕਿ ਪਿਛਲੇ ਕਿੰਨੇ ਸਮੇਂ ਤੋਂ ਜਦੋਂ ਵੀ ਇਲੈਕਸ਼ਨਾਂ ਆਉਂਦੀਆਂ, ਹੁਣ ਇੱਕ ਬੀਐਸਪੀ ਦੇ ਨਾਲ ਗੱਠਜੋੜ ਕਰ ਲਿਆ ਅਕਾਲੀ ਦਲ ਬਾਦਲ ਨੇ, ਬੀਜੇਪੀ ਦੇ ਨਾਲ ਹਾਲੇ ਤੋੜਿਆ ਹੋਇਆ ਉੱਪਰੋਂ ਦੀ, ਜਦੋਂ ਅੰਦਰ ਖਾਤੇ ਬਹੁਤ ਸਾਰੀਆਂ ਕਨਸਪੀਰੇਸੀਜ਼ ਨੇ। ਆਉਣ ਵਾਲੇ ਸਮੇਂ 2022 ਚ ਜਿਸ ਤਰੀਕੇ ਦੇ ਨਾਲ ਵਾਈਟ ਵਾਸ਼ ਕੀਤਾ ਜਾ ਰਿਹਾ, ਜਿਸ ਤਰੀਕੇ ਦੇ ਨਾਲ ਬਾਦਲਾਂ ਦਾ ਜਿਹੜਾ ਨਾਂ ਹੈ ਉਹ ਬੇਦਬੀ ਦੇ ਉਹਦੇ ਪੂਰੇ ਸਿਨੈਰੀਓ ਚੋਂ ਡਿਲੀਟ ਕੀਤਾ ਜਾ ਰਿਹਾ ਬੜੇ ਹਿਸਾਬ ਦੇ ਨਾਲ, ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਇਲੈਕਸ਼ਨਾਂ ਦਾ ਕੋਈ ਅੰਦਰ ਖਾਤੇ ਸਮਝੌਤਾ ਹੋ ਗਿਆ, ਈਵਨ ਕੋਈ ਹੋਰ ਪੰਥਕ ਧਿਰਾਂ ਦਾ ਵੀ ਇਹਨਾਂ ਨਾਲ ਕੋਈ ਸਮਝੌਤਾ ਹੋ ਗਿਆ, ਜਾਂ ਆਉਣ ਵਾਲੇ ਸਮੇਂ 'ਚ ਅਸੀਂ ਫਿਰ ਕਿੱਥੇ ਜਾ ਕੇ ਗਿਰਾਂਗੇ? ਕਿੰਨੇ ਵੱਡੇ ਰਸਾਤਲ ਵਿੱਚ ਸਿੱਖ ਕੌਮ ਗਿਰੇਗੀ ਜੇ ਬਾਦਲ 2022 ਦੇ ਵਿੱਚ ਦੁਬਾਰਾ ਇਲੈਕਸ਼ਨਾਂ ਜਿੱਤ ਜਾਂਦੇ ਜਾਂ ਸ਼੍ਰੋਮਣੀ ਕਮੇਟੀ ਜਿੱਤ ਜਾਂਦੇ? ਹਾਂਜੀ, ਸ਼੍ਰੋਮਣੀ ਕਮੇਟੀ ਜਿੱਤਣ ਦੇ ਉਹਨਾਂ ਦੇ ਗੁੱਡ ਚਾਂਸਸ ਹੈ, ਕਿਉਂਕਿ ਜਿਹੜੀ ਉਹਨਾਂ ਦੀ ਓਪੋਜੀਸ਼ਨ ਹੈ ਉਹ ਇਕੱਠੇ ਨਹੀਂ ਹੁੰਦੇ। ਜੇ ਇਕੱਠੇ ਨਹੀਂ ਉਹ ਜਿੱਤ ਨਹੀਂ ਸਕਦੇ। ਜੇ ਇਕੱਠੇ ਹੋਣਗੇ ਜਿੱਤਣਗੇ। ਇਕੱਠੇ ਹੋਣੇ ਨਹੀਂ, ਜੇ 2 ਮਹੀਨੇ ਇਲੈਕਸ਼ਨ ਤੋਂ ਪਹਿਲਾਂ ਇਕੱਠੇ ਹੋਣ, ਉਹਨਾਂ ਨੂੰ ਲੋਕ ਇਕੱਠ ਨਹੀਂ ਮੰਨਦੇ। ਉਹ ਕਿ ਆਪਣਾ ਸੋਲਿਡ ਪ੍ਰੋਗਰਾਮ ਦੇਣ, ਜਿਹੜਾ ਧਿਰਾਂ ਨੇ ਇਲੈਕਸ਼ਨ ਲੜਨੀ, ਅਸੀਂ ਉਹਨਾਂ ਦੀ ਕੰਪੇਨ ਕਰ ਰਹੇ ਹਾਂ, ਉਹਨਾਂ ਦੇ ਹੱਕ 'ਚ ਅਸੀਂ ਵੀ ਪ੍ਰਚਾਰ ਕਰਾਂਗੇ, ਸਹਿਯੋਗ ਦੇਵਾਂਗੇ। ਦੂਸਰੀ ਗੱਲ, ਬਾਕੀ ਲੋਕਾਂ ਨੇ ਪ੍ਰੋਗਰਾਮ ਸੁਣ ਕੇ ਕਹਿਣਾ ਇਹ ਜਥੇਦਾਰ ਹਵਾਰੇ ਨੂੰ ਮੰਨਦੇ ਤਾਂ ਵਿਰੋਧਤਾ ਕਰ ਰਹੇ ਆ। ਉਹਨੇ ਇਹ ਅੱਗੇ ਵੀ ਕਿ ਅੱਜ ਵੀ ਕਹਿ ਰਹੇ ਹਾਂ, ਅਸੀਂ ਸਿਰਫ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜਥੇਦਾਰਾਂ ਨੂੰ ਹੀ ਮਾਣ ਸਤਿਕਾਰ ਦੇਵਾਂਗੇ। ਸਰਬੱਤ ਖਾਲਸਾ ਉਹਨਾਂ ਦੀ ਜਗ੍ਹਾ ਹੋਰ ਕਿਸੇ ਨੂੰ ਚੁਣਦਾ, ਸੰਗਤਾਂ ਚੁਣਦੀਆਂ, ਉਹਦਾ ਵੀ ਉਸੇ ਤਰ੍ਹਾਂ ਸਹਿਯੋਗ ਦੇਵਾਂਗੇ ਜਿਸ ਤਰ੍ਹਾਂ ਜਥੇਦਾਰ ਹਵਾਰੇ ਦਾ ਦੇ ਰਹੇ ਹਾਂ ਜੀ। ਦੂਸਰੀ ਗੱਲ, ਜਿਹੜੇ ਮੈਂ ਤਾਂ ਚਾਹੁੰਦਾ ਵੀ ਸੰਗਤਾਂ ਨੂੰ ਪਤਾ ਲੱਗ ਜਾਵੇ ਉੱਥੇ ਹੋਇਆ ਕੀ ਆ। ਇਹ ਬਾਹਰ ਜਿਹੜੇ ਲੋਕ ਐਕਟਿਵ ਆ ਜਾਂ ਤੇਜ਼ ਆ ਸਿਆਸੀ ਤੌਰ ਤੇ, ਉਹਨਾਂ ਤੋਂ ਬਿਨਾਂ ਬਾਕੀਆਂ ਨੂੰ ਨਹੀਂ ਪਤਾ ਕੀ ਹੋਇਆ। ਬਿਲਕੁਲ, ਉੱਥੇ ਉਹਨਾਂ ਸੰਸਥਾਵਾਂ ਨੂੰ ਹੀ ਸੱਦਿਆ ਗਿਆ ਜਿਨ੍ਹਾਂ ਨੇ ਉਹਨਾਂ ਦੀ ਹਾਂ ਛਾਂ ਬਣਾਉਣੀ ਸੀ। ਜਿਹੜੇ ਸਤਿਕਾਰ ਲਈ ਕੰਪੇਨ ਕਰਦੇ ਉਹਨਾਂ ਨੂੰ ਕਿਸੇ ਨੂੰ ਸੱਦਿਆ ਨਹੀਂ ਗਿਆ ਕਿ ਉਹਨੇ ਸਵਾਲ ਕਰਨੇ ਆ। ਦੂਸਰੀ ਗੱਲ, ਕਿਸੇ ਨੇ ਸੋਚਣਾ ਵੀ ਇਹ ਅਕਾਲੀਆਂ ਦੇ ਤਾਂ ਸ਼੍ਰੋਮਣੀ ਕਮੇਟੀ ਦੇ ਬਾਰੇ ਬੋਲੀ ਜਾਂਦੇ, ਖਰਿਆ ਇਹ ਕਾਂਗਰਸ ਦੀ ਸਪੋਰਟ ਕਰਦੇ ਆ। ਇਹ ਮੈਂ ਸਪਸ਼ਟ ਕਰ ਦਵਾਂ, ਕਾਂਗਰਸ ਤਾਂ ਅਕਾਲੀਆਂ ਦੇ ਵਿੱਚ ਪੱਗ ਦੇ ਰੰਗ ਤੋਂ ਬਿਨਾਂ ਫਰਕ ਕੋਈ ਨਹੀਂ ਹੈਗਾ। ਇਹ ਕੋਈ ਭੁਲੇਖੇ 'ਚ ਨਾ ਰਵੇ। ਉੱਥੇ ਜਿਹੜੀਆਂ ਪੰਥਕ ਧਿਰਾਂ ਆ ਉਹਨਾਂ ਤੇ ਦਬਾਅ ਇਕੱਠੇ ਹੋਣ ਨੂੰ ਕਰੋ, ਉਹਨਾਂ ਨੂੰ ਕਹੀਏ ਤੁਸੀਂ ਕੋਈ ਸਾਂਝਾ ਫਰੰਟ ਬਣਾਓ ਜਿਹਦੇ ਨਾਲ ਰਲ ਕੇ ਆਪਾਂ ਕਿਸੇ ਮੰਜ਼ਿਲ ਤੇ ਪਹੁੰਚ ਸਕੀਏ। ਅੱਛਾ, ਇੱਕ ਬੀਬੀ ਨੇ ਬੇਅਦਬੀ ਕੀਤੀ, ਉਹਨੂੰ ਜੇਲ੍ਹ ਦੇ ਵਿੱਚ ਕਿਸੇ ਨੇ ਸਜ਼ਾ ਦੇ ਦਿੱਤੀ। ਜਿਨ੍ਹਾਂ ਨੇ ਸਜ਼ਾ ਦਿੱਤੀ ਉਹਨਾਂ ਨੂੰ ਉਮਰ ਕੈਦ ਹੋ ਗਈ। ਜਿਹੜੇ ਬੇਅਦਬੀ ਕਰਦੇ ਉਹਨਾਂ ਨੂੰ ਗਵਰਨਮੈਂਟ ਵੱਲੋਂ ਕੋਈ ਨਹੀਂ ਸਜ਼ਾ ਦਿੱਤੀ ਜਾਂਦੀ। ਬਿਲਕੁਲ, ਜੇ ਸਜ਼ਾ ਨਹੀਂ ਦਿੱਤੀ ਜਾਣੀ ਤਾਂ ਇਹੀ ਹੋਣਾ। ਇੱਕ ਹੋਰ ਸਵਾਲ ਆ, ਆਪਾਂ ਵਾਰ-ਵਾਰ ਸੁਣਦੇ ਆ, ਬੀਬੀ ਜਗੀਰ ਕੌਰ ਨੇ ਵੀ ਆਪਣੀ ਸਪੀਚ ਵਿੱਚ ਕਿਹਾ ਜਿੱਥੇ 2200 ਮਹਾਰਾਜ ਦੇ ਸਰੂਪ ਚੱਕ ਕੇ ਲੈ ਗਏ, ਸਰਕਾਰ
ਬਿਲਕੁਲ ਲਿਖ ਗਏ ਆ। ਉਹਨੇ ਡਿਸਟਰੋਈ ਵੀ ਬਹੁਤ ਕੁਝ ਕੀਤਾ ਹੋਣਾ ਵੀ ਆਪਾਂ ਭੰਬਲ ਭੁੱਸੇ ਪੀਰ ਜਿਹੜੀ ਚੀਜ਼ ਲੈ ਕੇ ਉਹ ਚ ਰਲਾ ਵੀ ਪਾਇਆ ਹੋ, ਪਰ ਜਿਹੜਾ ਸਮਾਨ ਉਹਨੇ ਵਾਪਸ ਕੀਤਾ ਜਿੱਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਸਾਈਨ ਆ। ਤੁਸੀਂ 1984 ਦੇ ਬਿਲਕੁਲ। ਆਪਰੇਸ਼ਨ ਘੱਲੂਘਾਰੇ ਦੀ ਗੱਲ ਕਰ ਰਹੇ ਜੀ ਜੀ ਉਹ ਜਥੇਦਾਰ ਤਾਂ ਬੀਬੀ ਜੀ ਜਵਾਬ ਦੇਵੇ ਵੀ ਕਿਹੜੇ ਉਹ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਸਾਈਨ ਕੀਤੇ ਤਾਂ ਕਿਹਨੂੰ ਵੇਚੇ ਆ। ਇਹ ਇੱਕ ਆਪਣੇ ਸੋਚਣ ਵਾਲਾ ਨੁਕਤਾ ਆ ਜੀ। ਦੂਜੀ ਗੱਲ, ਜਿਹੜੇ ਕਹਿੰਦੇ ਆ ਜੀ ਸਰੂਪਾਂ ਦੀ ਗਿਣਤੀ ਚ ਐਰਰ ਹੋ ਗਿਆ, ਠੀਕ ਆ ਐਰਰ ਹੋ ਗਿਆ, ਪਰ ਉਹ ਤਾਂ ਦੱਸ ਦੇਣ ਪੈਸਿਆਂ ਦੀ ਤਾਂ ਗੱਲ ਹੀ ਵੀ ਉਹ ਗਏ ਕਿੱਥੇ। ਦੈਟਸ ਆਲ ਵੀ ਵਾਂਟ ਟੂ ਨੋ। ਬਿਲਕੁਲ। ਜਾਨੀ ਜਿਹੜੀ ਉੱਥੇ ਗਲਤੀਆਂ ਹੋਈਆਂ ਉਹਨਾਂ ਨੂੰ ਕਵਰ ਕੀਤਾ ਜਾ ਰਿਹਾ। ਉਹ ਕਹਿ ਰਹੀ ਜੀ ਕਾਂਗਰਸ ਨੇ ਢਾਇਆ ਤਾਂ ਉਹਨਾਂ ਨੂੰ ਕੁਝ ਕੀਤਾ ਨਹੀਂ, ਉਹ ਕਾਂਗਰਸ ਦੇ ਪ੍ਰਧਾਨ ਮੰਤਰੀ ਨੂੰ ਤਾਂ ਸਜ਼ਾ ਦੇ ਦਿੱਤੀ। ਚਲੋ ਜਾਨੀ ਨੌਜਵਾਨਾਂ ਨੇ ਜਾਨੀ ਇਦੋਂ ਜ਼ਿਆਦਾ ਹੋਰ ਕੀ ਕਰੇ ਵੀ ਤੁਸੀਂ ਕੀ ਕੀਤਾ, ਤੁਸੀਂ ਤਾਂ ਉਹਨਾਂ ਦੇ ਕੇਸ ਵੀ ਨਹੀਂ ਲੜੇ। ਬਿਲਕੁਲ। ਜਦੋਂ ਦਲਾਵਰ ਸਿੰਘ ਦੀ ਕੁਰਬਾਨੀ ਹੋਈ ਆ ਉਹਦੇ ਘਰ ਅਫਸੋਸ ਕਰ ਨਹੀਂ ਗਏ, ਬੇਅੰਤ ਸਿੰਘ ਦੇ ਘਰ ਗਏ ਸੀ ਅਕਾਲੀ ਲੀਡਰ, ਜਿਨ੍ਹਾਂ ਨੂੰ ਰਾਜ ਵੀ ਉਹਦੇ ਕਰਕੇ ਮਿਲਿਆ। ਸੋ ਮੇਰੀ ਫੋਰਨ ਸਿੱਖਾਂ ਨੂੰ ਬੇਨਤੀ ਆ ਕਿ ਇਹਨਾਂ ਦੀ ਲਿਫਾਫੇਬਾਜ਼ੀ ਤੋਂ ਸੁਚੇਤ ਰਹੋ। ਅਸੀਂ ਅਕਾਲੀ ਦਲ ਦੇ ਖਿਲਾਫ ਨਹੀਂ, ਅਸੀਂ ਅਕਾਲ ਤਖਤ ਦੇ ਖਿਲਾਫ ਨਹੀਂ, ਸਮਰਪਿਤ ਆ ਸ਼੍ਰੋਮਣੀ ਕਮੇਟੀ ਨੂੰ ਸਮਰਪਿਤ। ਉੱਥੇ ਪਾਰਦਰਸ਼ੀ ਚਾਹੀਦੀ ਆ ਜੀ। ਸਾਡੇ ਵਿਅਕਤੀਆਂ ਨਾਲ ਟਕਰਾਓ ਨਹੀਂ, ਕਰਪਟ ਸਿਸਟਮ ਦੇ ਨਾਲ 84 ਤੋਂ ਟਕਰਾਇਆ ਹੈ, ਹੁਣ ਹੈ ਉਹ ਜਿੰਨਾ ਚਿਰ ਜਾਣਿਆ ਰਹੇਗਾ। ਬਿਲਕੁਲ। ਹਰ ਇੱਕ ਸਿੱਖ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜਿਹੜਾ ਇਹ ਸਿਸਟਮ ਆ ਇਹ ਕਰਪਟ ਨਾ ਹੋਵੇ। ਜਿਹੜੀ ਸੰਸਥਾ ਸਿੱਖਾਂ ਦੀ ਤਰੱਕੀ ਲਈ ਜ਼ਿੰਮੇਵਾਰ ਆ ਉਹ ਸਿੱਖੀ ਲਈ ਕੰਮ ਵੀ ਕਰੇ। ਨਹੀਂ ਤਾਂ ਇੱਥੇ ਆਇਆ ਨੂੰ ਹਾਰ ਪਾ ਦੇਣੇ ਉਹਨਾਂ ਦਾ ਹੌਸਲਾ ਵੱਧਦਾ। ਇੱਥੇ ਆਇਆ ਨੂੰ ਬਦਰੰਗ ਮੁੜਿਆ ਹੋਵੇ, ਮੁੜ ਕੇ ਨਾ ਬਾਹਰ ਮੂੰਹ ਕਰਨ। ਬਿਲਕੁਲ, ਬਹੁਤ ਬਹੁਤ ਧੰਨਵਾਦ। ਸੋ ਸਾਡਾ ਸ਼ੋਅ ਬਿਲਕੁਲ ਸਮਾਪਤੀ ਵੱਲ। ਲਾਸਟ ਗੱਲ ਅਟਵਾਲ ਸਾਹਿਬ। ਹਾਂਜੀ 30 ਮੈਂ ਸੈਕਿੰਡ। ਇੱਕੋ ਹੀ ਬੇਨਤੀ ਕਰਨਾ ਬਈ, ਜਿਹੜੇ ਆਪਣੇ ਜਥੇਦਾਰ ਹਵਾਰਾ ਸਾਹਿਬ ਦੀ ਗੱਲ ਆਈ ਹੈ ਨਾ, ਕਈਆਂ ਦੇ ਮਨ ਚ ਹੋਊਗਾ ਵੀ ਪਤਾ ਨਹੀਂ ਖੰਡ ਕੀਤਰੀ ਜਥੇ ਵਾਲਿਆਂ ਨੇ ਜ਼ੋਰ ਪਾਇਆ ਜਾਂ ਡਿਮਾਂਡ ਰੱਖੀ ਜਾਂ ਪ੍ਰਪੋਜ਼ਲ ਕੀਤੀ। ਇਹ ਝੂਠ ਆ ਜੀ। ਉਹ ਬਾਹਰੋਂ ਪ੍ਰਪੋਜ਼ਲ ਹੋਈ ਸੀ, ਖੰਡ ਕੀਤਰੀ ਜਥੇ ਵਾਲਿਆਂ ਵੱਲੋਂ ਨਹੀਂ ਹੋਈ ਸੀ। ਜੀ ਜੀ ਜੀ। ਬਸ ਮੈਂ ਔਨ 에ਅਰ ਇਹ ਗੱਲ ਕਹਿ ਰਿਹਾ ਨਾ। ਠੀਕ ਹੈ ਜੀ। ਤੇ ਬਾਕੀ ਆ ਜਥੇਦਾਰਾਂ ਦੀ ਜਿਹੜੀ ਆਪਾਂ ਗੱਲ ਕਰਦੇ ਆ ਨਾ, ਬਹੁਤ ਕੁਝ ਕਹਿਣ ਨੂੰ ਹੈਗਾ ਆ। ਬਾਹਰਲੇ ਸਿੱਖੋ ਉੱਥੇ ਦੇ ਕਿਸੇ ਨੂੰ ਕੁੱਟਣਗੇ, ਡਰਨਗੇ, ਡਰਾਉਣਗੇ। ਬਾਹਰਲੇ ਆਪਣੀ ਜ਼ਮੀਰ ਤੁਸੀਂ ਤਾਂ ਜਾਗਦੀ ਰੱਖੋ। ਕਰਪਟ ਸਿਸਟਮ ਜਿਹੜੇ ਲੋਕਾਂ ਨੂੰ ਐਵੇਂ ਹਾਰ ਨਾ ਪਾਓ, ਐਵੇਂ ਮੂੰਹ ਨਾ ਲਾਓ। ਬਿਲਕੁਲ। ਸੰਗੇੜਾ ਸਾਹਿਬ ਲਾਸਟ 30 ਸਕਿੰਟ ਚ ਕੀ ਕਹਿਣਾ ਚਾਹੋਗੇ ਸੰਗਤਾਂ? ਮੇਰੀ ਇਹ ਬੇਨਤੀ ਆ ਕੌਮ ਨੂੰ ਵੀ ਕੌਮ ਜੇ ਹੁਣ ਵੀ ਨਾ ਜਾਗੀ ਨਾ ਤਾਂ ਫੇ ਇਹਦਾ ਰੱਬ ਹੀ ਰਾਖਾ। ਬਸ ਜੀ। ਹਾਂਜੀ, ਮੈਂ ਤਾਂ ਇਹੀ ਬੇਨਤੀ ਕਰੂੰਗਾ ਹਰ ਆਪਣੇ ਵੀਰ ਭੈਣ ਭਰਾ ਨੂੰ ਸੱਚ ਨੂੰ ਪਛਾਣੀਏ, ਸੱਚ ਨੂੰ ਪਛਾਣ ਕੇ ਸੱਚ ਤੇ ਪਹਿਰਾ ਦਈਏ, ਔਰ ਜਿਹੜਾ ਸਾਡਾ ਇਸ਼ਟ ਆ ਉਹਦਾ ਸਤਿਕਾਰ ਕਰੀਏ। ਜਿੱਥੇ ਬੇਅਦਬੀ ਹੁੰਦੀ ਸਾਨੂੰ ਉੱਥੇ ਕਰਨਾ ਚਾਹੀਦਾ ਹੈ। ਬਿਲਕੁਲ। ਸੰਗਤ ਜੀ, ਇੱਕ ਸ਼ੋਅ ਸਮਾਪਤ ਕਰਨ ਤੋਂ ਪਹਿਲਾਂ ਇੱਕ ਬਿਲਕੁਲ ਹੁਣੇ SDPC ਅਕਾਲ ਤਖਤ ਦੇ ਜਥੇਦਾਰ ਵੱਲੋਂ ਇੱਕ ਡਾਕੂਮੈਂਟ ਰਿਲੀਜ਼ ਹੋਇਆ। ਅਸੀਂ ਚਾਹੋ ਤੇ ਤੁਹਾਨੂੰ ਫੋਨ ਤੇ ਦੇ ਸਕਦੇ ਹਾਂ। ਉਹਦੇ ਪੇਜ ਨੰਬਰ 15 ਤੇ ਰਿਲੀਜ਼ ਆਫ ਸਿੱਖ ਡਿਟੇਨੀਜ਼ ਐਂਡ देयर ਰੀਹੈਬਿਲਿਟੇਸ਼ਨ। ਇਹਦੇ ਵਿੱਚ ਜੋ ਕਿਹਾ ਗਿਆ ਇਹ ਵਰਡਿੰਗ ਮੈਂ ਤੁਹਾਨੂੰ ਇੰਜ ਦੀ ਇੰਜ ਪੜ੍ਹ ਕੇ ਸੁਣਾਣੀ ਹੈ। ਇਹਦੇ ਤੇ ਵਿਚਾਰ ਕੋਈ ਨਹੀਂ, ਤੁਸੀਂ ਖੁਦ ਡਿਸਾਈਡ ਕਰਿਓ ਕਿ ਕੀ ਇਹ ਐਪਰੋਪ੍ਰੀਏਟ ਹੈ ਸਿੱਖ ਸੰਘਰਸ਼ ਦੇ ਲਈ। Following the June 1984 attack on the most pious and revered place of Sikhism, Shri Harmandir Sahib Golden Temple and Akal Takht Sahib, many Sikh youth were drawn emotionally to showcase their anger in various ways. So ਇਹ ਸਿਰਫ ਇੱਕ ਗੁੱਸਾ ਸੀ, ਇਹ ਜੰਗ ਨਹੀਂ ਹੈ, ਇਹ ਗੁੱਸਾ ਸੀ। Many Sikh youth got incited under those emotions to follow a path of revolt and laid down their lives for saving our religious places, while many others are still confined in Indian jails. ਸਾਨੂੰ ਗੁੱਸਾ ਆਇਆ ਤੇ ਅਸੀਂ ਜੇ incited word ਦੀ ਜੇ ਡਿਕਸ਼ਨਰੀ ਦੇ ਵਿੱਚੋਂ ਕੱਢੀਏ, ਇਹਦਾ ਪੰਜਾਬੀ ਤਰਜਮਾ ਕਰੀਏ, incited ਮਤਲਬ ਕਿ ਉਕਸਾਏ ਗਏ, ਉਕਸਾ ਕੇ। ਇਹ ਸੋਚਣ ਵਾਲੀ ਗੱਲ ਹੈ। It should be made imperative that all political level to pressurize and have those Sikhs released. ਸਿੱਖਾਂ ਦੇ ਰਿਲੀਜ਼ ਕਰਨ ਦੀ ਗੱਲ ਕੀਤੀ ਹੈ, ਪਰ ਦੇਖਿਆ ਜਾਵੇ ਤਾਂ ਜਿਹੜੀ ਸਾਡੀ ਐਡਾ ਵੱਡਾ ਸੰਘਰਸ਼ ਜਿਹਦੇ ਵਿੱਚ ਲੱਖਾਂ ਨੌਜਵਾਨਾਂ ਨੇ ਆਪਣੀ ਜਾਨ ਦੀ ਆਹੂਤੀ ਦੇ ਦਿੱਤੀ ਉਸ ਜੋਤ ਨੂੰ ਜਾਗਤ ਰੱਖਣ ਵਾਸਤੇ, ਕੀ ਉਹ ਸਿਰਫ ਇਨਸਾਈਟ ਸਨ? ਕੀ ਉਹ ਸਿਰਫ ਆਪਣਾ ਗੁੱਸਾ ਕੱਢਣ ਲਈ ਹੀ ਉਹਨਾਂ ਨੇ ਹਥਿਆਰ ਚੱਕੇ ਸਨ? ਇਹ ਸਾਨੂੰ ਵਰਡਿੰਗ ਨੂੰ ਸੋਚਣ ਦੀ ਲੋੜ ਹੈ। ਕੀ ਕਹਿ ਰਹੀ ਹੈ ਵਰਡਿੰਗ? ਸਮਾਂ ਸਾਡਾ ਅੱਜ ਦਾ ਸਮਾਪਤ ਹੈ। ਅੱਜ ਦੇ ਇਸ ਪੂਰੇ ਸ਼ੋਅ ਨੂੰ ਜੇ ਸਮਰਾਈਜ਼ ਕਰੀਏ ਤੇ ਦਾਸ ਸਿਰਫ ਤੇ ਸਿਰਫ ਇੱਕੋ ਗੱਲ ਕਹਿਣਾ ਚਾਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਹਮਰਾ ਧੜਾ ਹਰ ਰਿਆ ਸਮਾਈ। ਸਾਡਾ ਧੜਾ,
ਸਿਰਫ ਤੇ ਸਿਰਫ ਇੱਕੋ ਹੈ। ਔਰ ਜੇ ਅਸੀਂ ਆਪਣੇ ਇਸ਼ਟ ਦੇ ਸਕੇ ਨਹੀਂ ਨਾ, ਫਿਰ ਅਸੀਂ ਕਿਸੇ ਦੇ ਸਕੇ ਨਹੀਂ ਹੋ ਸਕਦੇ। ਜਿਹੜਾ ਬੰਦਾ ਆਪਣੇ ਆਪ ਨੂੰ ਜਥੇਦਾਰ, ਸੇਵਾਦਾਰ ਕੁਝ ਵੀ ਅਖਵਾਉਂਦਾ ਹੋਵੇ, ਜੇ ਉਹ ਇਮਾਨਦਾਰੀ ਦੇ ਨਾਲ ਦਿਲ ਤੇ ਹੱਥ ਰੱਖ ਕੇ ਜਿਨ੍ਹਾਂ ਨੇ ਸਰੂਪਾਂ ਦੀ ਬੇਦਬੀ ਕੀਤੀ, ਸਿੱਧੇ ਜਾਂ ਸਿੱਧੇ ਤੌਰ ਤੇ ਉਹਨਾਂ ਨੂੰ ਕਟਖੜੇ 'ਚ ਨਹੀਂ ਖੜਾ ਕਰਦਾ, ਉਹ ਭਾਵੇਂ ਮੈਂ ਹੋਵਾਂ ਭਾਵੇਂ ਕੋਈ ਹੋਵੇ, ਉਹ ਕੋਈ ਵੀ ਸੇਵਾਦਾਰ ਜਥੇਦਾਰ ਕਹਾਉਣ ਦੇ ਲਾਇਕ ਨਹੀਂ। ਸੰਗਤ ਜੀ, ਫੈਸਲਾ ਤੁਹਾਡੀ ਅਦਾਲਤ ਵਿੱਚ ਹੈ। ਫਿਰ ਮਿਲਾਂਗੇ ਅਕਾਲ ਚੈਨਲ ਤੇ, ਇਸੇ ਹੀ ਕੜੀ ਨੂੰ ਅੱਗੇ ਵਧਾਵਾਂਗੇ ਇੱਕ ਵੱਡੇ ਪੰਥਕ ਇਕੱਠ ਵਜੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोल